वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है भगत ध्रुव दा। जिवें आपां पहला भगत प्रहलाद की कथा सुनी है, इसी तरह कवि जी ने भगत ध्रुव की कथा दर्ज की है। सारियां तो पहला परमात्मा का मंगल किया है। हाँ जी। अलख अपेख अनंत प्रभ जेह गत लखी न जाह, बंदन पद अरबिंद ते डाडा बेपरवाह। भगत प्रहलाद तो बाद भगत ध्रुव की कथा का जिक्र आता है, पर इस कथा नूं लिखण तो पहला वेखो एक पंक्ति असी खास करके जिहड़े गुरु घर नाल जुड़ी संगत उन्हां दे जीवन दे बहुत नेड़े ये बाणी दीयां पंक्तियां ने। अक्सर असी बोलते भी हाँ सुनते भी हाँ, कीता लोड़ी है काम सो हर पै आखी है, कारज दे सवार सतगुर सच साखी है। कोई भी काम करन तो पहला साडा फर्ज बनता है कि असी जिहड़ा करता पुरख है उहदे अगे अरदास करिए। साडी जिंदगी विच की हुंदा है कि असी किसी काम नूं शुरू कर लैने आ, जां कोई काम असी करन वास्ते किते चले जाने आ, वो काम साडा रुक जाता है, उहदे विच कोई विघन रुकावट आउंदी है। फिर असी सज्जे खब्बे लैफ्ट राइट
ਟੈਲੀਫੋਨ ਕਰਦੇ ਆ, ਭੱਜਾ ਨੱਠੀ ਕਰਦੇ ਆ, ਕਰਦੇ ਆ। ਕਦੇ ਕਦੇ, ਸਾਰੀ ਵਾਰੀ ਨਹੀਂ ਹੁੰਦਾ, ਕਦੇ ਕਦੇ ਕੋਈ ਇੱਕ ਬੰਦਾ ਐਸਾ ਵੀ ਮਿਲਦਾ ਹੈ, ਉਹ ਕਹਿੰਦਾ ਭਰਾ ਜੀ ਤੁਸੀਂ ਅੱਜ ਮੇਰੇ ਕੋਲ ਆਏ ਹੋ ਜਦੋਂ ਕੰਮ ਤੁਹਾਡਾ ਵਿਗੜ ਗਿਆ ਜਾਂ ਕੰਮ ਤੁਹਾਡਾ ਰੁਕ ਗਿਆ। ਜੇ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਨਾਲ ਗੱਲ ਕਰ ਲੈਂਦੇ ਤਾਂ ਇਹ ਕੰਮ ਤੇ ਕੋਈ ਔਖਾ ਹੈ ਹੀ ਨਹੀਂ ਸੀ। ਮੈਂ ਇੱਕ ਦਿਨ ਪਹਿਲਾਂ ਵੀ ਇੱਥੇ ਬੇਨਤੀ ਕੀਤੀ ਕਿ ਇੱਕ ਜੱਜ ਆ ਜਿਹੜੀ ਕੰਜ਼ਿਊਮਰ ਕੋਰਟ ਹੁੰਦੀ ਉਹਦਾ ਜੱਜ ਇੱਥੇ ਰੋਜ਼ ਮੇਰੇ ਕੋਲ ਆਉਂਦਾ ਸੀ। ਮੈਨੂੰ ਨਹੀਂ ਪਤਾ ਕਿ ਉਹਦੀ ਲਾਕਡਾਊਨ ਹੋਇਆ ਉਹਦੇ ਵਿੱਚ ਅਪ੍ਰੈਲ ਵਿੱਚ ਉਹਦੀ ਰਿਟਾਇਰਮੈਂਟ ਵੀ ਹੋ ਗਈ। ਹੁਣ ਮੇਰਾ ਕੰਮ ਸਾਲ ਡੇਢ ਸਾਲ ਤੋਂ ਕੋਈ ਅੜਿਆ ਹੋਇਆ ਸੀ। ਐਵੇਂ ਇੱਕ ਦਿਨ ਬੈਠੇ ਬੈਠੇ ਖਿਆਲ ਆਇਆ ਵੀ ਮੈਂ ਉਹਨੂੰ ਕਹਾਂ ਵੀ ਉਹ ਜੱਜ ਸਾਹਿਬ ਮੇਰੇ ਕੋਲ ਆਉਂਦੇ ਨੇ। ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਆ ਗਏ ਮੇਰੇ ਕੋਲੇ। ਆਉਂਦੇ ਸੀ ਇੱਥੇ, ਹੁਣ ਵੀ ਆਉਂਦੇ ਆ, ਰਿਟਾਇਰਮੈਂਟ ਤੋਂ ਬਾਅਦ ਵੀ ਆਉਂਦੇ ਆ। ਕਹਿੰਦੇ ਗਿਆਨੀ ਜੀ ਤੁਸੀਂ ਕੀਤਾ ਕੀ ਹੈ? ਵੀ ਤੁਹਾਡਾ ਸਾਲ ਡੇਢ ਸਾਲ ਤੋਂ ਕੰਮ ਰੁਕਿਆ ਹੈ, ਮਤਲਬ ਉਹਦੇ 'ਚ ਮੇਰਾ ਨੁਕਸਾਨ ਵੀ ਹੋਇਆ। ਗਲਤੀ ਭਾਵੇਂ ਕਿਸੇ ਦੀ ਸੀ। ਕਹਿੰਦਾ ਤੁਸੀਂ ਮੈਨੂੰ ਦੱਸਦੇ ਸਹੀ, ਇਹ ਮੇਰਾ ਹੀ ਡਿਪਾਰਟਮੈਂਟ ਸੀ ਕੰਜ਼ਿਊਮਰ ਕੋਰਟ ਵਿੱਚ। ਇਹ ਕੇਸ ਮੇਰੇ ਕੋਲ ਹੀ ਆਉਂਦੇ ਨੇ ਉਸ ਇਲਾਕੇ ਦੇ ਜਿੱਥੇ ਤੁਹਾਡਾ ਘਰ ਹੈ। ਤੇ ਕਹਿੰਦਾ ਵੀ ਮੈਂ ਤਾਂ ਉਹਨਾਂ ਨੂੰ ਸੱਦ ਕੇ ਕਹਿਣਾ ਸੀ ਵੀ ਸ਼ਾਮ ਤੱਕ ਇਹ ਕੰਮ ਕਰਕੇ ਆਓ। ਮੈਂ ਕਿਹਾ ਹੁਣ? ਕਹਿੰਦਾ ਹੋ ਤੇ ਹੁਣ ਵੀ ਜਾਏਗਾ। ਖੁਦ ਕਰਨ ਵਿੱਚ ਕਿਸੇ ਤੋਂ ਕਰਾਉਣ ਵਿੱਚ ਫਰਕ ਹੁੰਦਾ ਹੈ। ਮੈਨੂੰ ਫਿਰ ਇਹ ਪੰਕਤੀਆਂ ਯਾਦ ਆਈਆਂ, ਅਗਰ ਦੁਨਿਆਵੀ ਜ਼ਿੰਦਗੀ ਦਾ ਸੱਚ ਇਹ ਹੈ ਕਿ ਕਿਸੇ ਬੰਦੇ ਨਾਲ ਗੱਲ ਕਰੋ ਤੇ ਹੋ ਸਕਦਾ ਹੈ ਜਿਹੜਾ ਕੰਮ ਤੁਹਾਨੂੰ ਬਹੁਤ ਸਮਾਂ ਗਵਾ ਕੇ ਵੀ ਤੁਹਾਡਾ ਨਾ ਹੋਣਾ ਹੋਵੇ, ਉਹ ਘਰ ਬੈਠੇ ਹੀ ਹੋ ਜਾਏ। ਹੁਣ ਇਹ ਗੱਲ ਦੁਨਿਆਵੀ ਜ਼ਿੰਦਗੀ ਵਿੱਚ ਅਸੀਂ ਸਮਝ ਲਈ। ਧਰਮ ਦੀ ਦੁਨੀਆ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ, ਛੋਟੀ ਨਹੀਂ ਹੈ। ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਕਰਤਾ ਪੁਰਖ ਹੈ ਉਹ ਸਿਰਫ ਵਾਹਿਗੁਰੂ ਹੈ। ਮੜੀਆਂ ਮਸਾਣੀਆਂ ਤੇ ਲੱਖ ਜਾਓ, ਕੋਈ ਸਾਡੀ ਕੋਈ ਪੁਰਾਣੀ ਕੋਈ ਖੁਆਰੀ ਲਿਖੀ ਹੋਵੇ ਭਾਗਾਂ 'ਚ, ਤੇ ਸਾਨੂੰ ਆਪਣੀ ਕਰਾ ਲੈਣੀ ਚਾਹੀਦੀ ਹੈ। ਕਿਉਂਕਿ ਮੜੀਆਂ ਮਸਾਣੀਆਂ ਤੋਂ ਸਵਾਹੀ ਸਿਰ 'ਚ ਪਵੇਗੀ, ਹੋਰ ਤਾਂ ਕੁਝ ਪੈਣਾ ਨਹੀਂ। ਮੜੀਆਂ ਮਸਾਣੀਆਂ ਵਾਲੇ ਬਾਬੇ ਤੁਹਾਡੇ ਸਿਰ 'ਚ ਸਵਾਹ ਦੀ ਪੁੜੀ ਤੇ ਪਾ ਸਕਦੇ ਨੇ, ਫੁੱਲਾਂ ਦਾ ਹਾਰ ਤੇ ਪਾਉਣੋ ਰਹੇ। ਅਸੀਂ ਭਟਕ ਰਹੇ ਹਾਂ। ਮੈਂ ਰੋਜ਼ ਬੇਨਤੀ ਕਰਦਾ, ਇਹ ਧਰਮ ਨਹੀਂ ਹੈ, ਇਹ ਕਰਮ ਕਾਂਡ ਨੇ, ਇਹ ਤਾਂਤਰਿਕ ਵਿਦਿਆ ਹੈ ਜਿਹਦੇ ਵਿੱਚ ਸਾਰੀ ਦੁਨੀਆ ਭੱਜੀ ਫਿਰਦੀ ਹੈ। ਇਹਦੇ 'ਚ ਕੋਈ ਵਿਰਲਾ ਧਰਮ ਹੀ ਤੁਹਾਨੂੰ ਮਿਲੇਗਾ। ਧਰਮ ਦਾ ਮਤਲਬ ਕੀ ਹੈ? ਸਵੇਰੇ ਉਠੋ, ਫਿਰ ਪਾਠ ਕਰੋ, ਫਿਰ ਗੁਰਦੁਆਰੇ ਜਾਓ। ਉੱਥੇ ਕੀ ਕਰਨਾ ਹੈ? ਉੱਥੇ ਸੰਗਤ ਕਰੋ। ਫਿਰ ਕੀ ਕਰਨਾ ਹੈ? ਫਿਰ ਆਪਣੇ ਕੰਮ ਤੇ ਜਾਓ, ਠੀਕ ਕੰਮ ਕਰੋ। ਮਤਲਬ ਸਾਰਾ ਦਿਨ ਚੋਰੀ ਚਕਾਰੀ ਤੇ ਸਵੇਰੇ ਜਾ ਕੇ ਮੰਦਿਰ 'ਚ ਟੱਲ ਖੜਕਾ ਲੋਗੇ, ਤੁਸੀਂ ਕੀ ਸੋਚਦੇ ਭਗਵਾਨ ਖੁਸ਼ ਹੋ ਜਾਏਗਾ? ਭਗਵਾਨ ਹੱਸਦਾ ਹੋਏਗਾ ਵੀ ਹੁਣ ਪਹਿਲਾਂ ਮੇਰਾ ਟੱਲ ਖੜਕਾਏਗਾ ਤੇ ਮੁੜ ਕੇ ਮੇਰੀ ਪਬਲਿਕ ਖੜਕਾਏਗਾ। ਭਗਵਾਨ ਵੀ ਹੱਸਦਾ ਹੋਏਗਾ ਵੀ ਇਹ ਚੰਗਾ ਬੰਦਾ ਹੈ ਵੀ ਸਵੇਰੇ ਮੇਰੇ ਅੱਗੇ ਨੱਕ ਰਗੜਦਾ, ਸਾਰੀ ਦੁਨੀਆ ਲੋਕਾਂ ਤੋਂ ਨੱਕ ਰਗੜਾਉਂਦਾ। ਕਦੇ ਵੀ ਭਗਵਾਨ ਖੁਸ਼ ਨਹੀਂ ਹੋਏਗਾ। ਮੇਰੀ ਹਮੇਸ਼ਾ ਬੇਨਤੀ ਹੈ ਕਿ ਨਿਰਮਲ ਕਰਮ, ਅਗਰ ਤੁਹਾਡੇ ਕੰਮਾਂ ਵਿੱਚ ਸ਼ੁੱਧੀ ਨਹੀਂ, ਤੁਹਾਡਾ ਕੋਈ ਧਰਮ ਨਹੀਂ ਹੈ। ਕੱਲ ਕਿੱਡੀ ਵੱਡੀ ਕਥਾ ਸੁਣੀ ਅਸੀਂ।
ਭਗਤ ਪ੍ਰਹਿਲਾਦ ਨੇ ਰੱਬ ਨੂੰ ਕਿਹਾ, ਕਹਿਣ ਲੱਗਾ ਰੱਬਾ ਮੈਨੂੰ ਤੇਰੀ ਸਮਝ ਆ ਗਈ ਹੈ। 10 ਸ਼ੁਭ ਗੁਣ ਮੰਨੇ ਨੇ, ਹੋਵੇ ਪੰਡਤ, 10 ਸ਼ੁਭ ਗੁਣ ਉਹਦੇ ਕੋਲ ਹੋਣ, ਪਰ ਜੇ ਉਹ ਪਾਠ ਪੂਜਾ ਨਹੀਂ ਕਰਦਾ ਉਹ 10 ਦੇ 10 ਵੀ ਨਿਸਫਲ ਨੇ। ਪਰ ਹੋਵੇ ਚੰਡਾਲ ਤੇ ਕਰਦਾ ਹੋਵੇ ਭਗਤੀ, ਉਹ ਪ੍ਰਵਾਨ ਹੈ। ਰੱਬ ਕਹਿਣ ਲੱਗਾ ਕਿਵੇਂ? ਕਹਿੰਦਾ ਮੇਰੇ ਬਾਪੂ ਨੂੰ ਵੇਖ ਲਓ, ਰਿਸ਼ੀ ਮੁਨੀ ਦੇਵੀਆਂ ਦੇਵਤੇ ਪੰਡਤ ਬ੍ਰਾਹਮਣ ਸਾਰੇ ਤੇਰੀ ਪਾਠ ਪੂਜਾ ਕਰਦੇ ਸੀ, ਪਰ ਮੇਰਾ ਬਾਪ ਤੇ ਰਾਖਸ਼ ਸੀ, ਮੇਰਾ ਬਾਪ ਤੇ ਦੈਤ ਸੀ। ਉਹਨੇ ਕੀ ਕੀਤਾ? ਉਹਨੇ ਤੇਰੇ ਮੰਦਿਰ ਢਾ ਦਿੱਤੇ, ਤੇਰੀਆਂ ਮੂਰਤੀਆਂ ਤੋੜ ਦਿੱਤੀਆਂ, ਤੇਰੇ ਮੰਦਿਰਾਂ 'ਚ ਟੱਲ ਖੜਕਾਉਣ ਵਾਲੇ ਕੁੱਟ-ਕੁੱਟ ਕੇ ਮਾਰ ਦਿੱਤੇ ਜਾਂ ਭਜਾ ਦਿੱਤੇ। ਪਰ ਕੀ ਕੀਤਾ? ਕਈ ਯੁੱਗ ਭਗਤੀ ਕੀਤੀ। ਜਿਵੇਂ ਆਪਾਂ ਕਹੀਏ ਵੀ ਬੰਦੇ ਨੇ ਵਾਹਿਗੁਰੂ ਵਾਹਿਗੁਰੂ ਆਖਿਆ ਤੇ ਤੂੰ ਉਹਦੇ ਤੇ ਖੁਸ਼ ਹੋ ਗਿਆ, ਫਿਰ ਉਹਨੂੰ ਦਰਸ਼ਨ ਵੀ ਦਿੱਤੇ, ਤੂੰ ਦਰਸ਼ਨ ਹੀ ਨਹੀਂ ਦਿੱਤੇ, ਸਾਰੇ ਵਰ ਵੀ ਦੇ ਦਿੱਤੇ ਉਹਨੂੰ ਤੂੰ। ਇਹਦੇ ਤੋਂ ਇੱਕ ਗੱਲ ਜ਼ਰੂਰ ਸਮਝ ਲਓ ਕਿ ਸਿੱਖ ਧਰਮ ਵਿੱਚ ਅਗਰ ਤੁਸੀਂ ਬਾਣੀ ਨਹੀਂ ਪੜੋਗੇ, ਸਿਮਰਨ ਨਹੀਂ ਕਰੋਗੇ, ਤੇ ਜੋ ਮਰਜ਼ੀ ਕਰੀ ਜਾਓ, ਰੋਜ਼ ਇੱਥੇ ਆ ਕੇ ਚੌਲ ਵੰਡੀ ਜਾਓ, ਲਿਆ ਕੇ 10 ਕਿਲੋ, ਕੀ ਫਰਕ ਪੈ ਗਿਆ ਇਹਦੇ ਨਾਲ? ਹੰਕਾਰ ਹੋਰ ਵੱਜੇਗਾ। 2 ਸਾਲਾਂ ਬਾਅਦ ਲੋਕਾਂ ਨੂੰ ਕਹਿਣ ਲੱਗ ਜਾਓਗੇ ਵੀ ਜਿਹੜੇ ਬੰਗਲਾ ਸਾਹਿਬ ਲੋਕ ਚੌਲ ਖਾਂਦੇ ਨੇ ਸਾਡੇ ਹੀ ਹੁੰਦੇ ਨੇ, ਰਹਿੰਦਾ ਸਤਿਆਨਾਸ਼ ਹੋ ਜਾਏਗਾ। ਬੜੀ ਸੋਹਣੀ ਭਗਤੀ ਹੈ। ਕੁੱਲਹਾ ਦਿੰਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਬਾਵਈ, ਤਿੱਕਲ ਬੰਨੇ ਛੱਜ। ਬੰਦਾ ਤੇ ਵੈਸੇ ਹੰਕਾਰੀ ਸੀ, ਹੁਣ 10 ਕਿਲੋ ਚੌਲ ਦਾ ਛੱਜ ਮਗਰ ਬੰਨ ਲੈਣਾ ਪੂਛ ਨਾਲ, ਤੇ ਖੁੱਡ ਕਿਹੜੀ 'ਚ ਵੜਨਾ ਹੈ? ਉੱਥੇ ਤੇ ਜੀ ਬ੍ਰੈਡ ਪਕੌੜੇ ਵੀ ਮੇਰੇ ਨੇ ਜੀ, ਉੱਥੇ ਤੇ ਚੌਲ ਵੀ ਮੇਰੇ ਨੇ ਜੀ, ਉੱਥੇ ਤੇ ਦਾਲ ਹੀ ਮੇਰੀ ਬਣਦੀ ਹੈ ਜੀ। ਗਈ ਨਾ ਗੱਲ, ਜਿਹੜੀ ਮਾੜੀ ਮੋਟੀ ਬਚੀ ਉਹ ਵੀ ਗਈ। ਇਸੇ ਕਰਕੇ ਭਗਤਾਂ ਦੀ ਰੱਬ ਨੇ ਸੁਣ ਲਈ। ਭਗਤਾਂ ਕੋਲ ਕੀ ਸੀ? ਭੁੱਖੇ ਪਿਆਸੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਉਹਨਾਂ ਵੰਡਣਾ ਕੀ ਸੀ? ਉਹਨਾਂ ਕੋਲ ਤੇ ਖਾਣ ਵਾਸਤੇ ਵੀ ਹੈ ਨਹੀਂ ਸੀ, ਪ੍ਰਵਾਨ ਹੋ ਗਏ। ਇਹਦਾ ਅਰਥ ਇਹ ਨਹੀਂ ਕਿ ਵੰਡਣਾ ਪਾਪ ਹੈ। ਮੈਂ ਕੋਵਿਡ ਦੇ ਲਾਕਡਾਊਨ ਦੇ ਵਿੱਚ ਵੀ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਫੋਟੋ ਖਿਚਾਉਣ ਲਈ ਗਰੀਬ ਨੂੰ ਦੇ ਰਹੇ ਹੋ ਤੇ ਇਹ ਪਾਪ ਹੈ। ਕਿ ਗਰੀਬ ਨੂੰ 2 ਰੋਟੀਆਂ ਦੇ ਕੇ ਤੇ ਤੁਸੀਂ ਫੋਟੋ ਅਖਬਾਰ 'ਚ ਦਿਓਗੇ ਤੇ ਪਾਪ ਹੈ, ਇਹ ਪੁੰਨ ਨਹੀਂ ਹੈ। ਧਰਮ ਜਿਹੜਾ ਹੈ ਉਹਦੇ ਵਿੱਚ ਜ਼ਰੂਰੀ ਹੈ ਕਿ ਨਿਰਮਲ ਕਰਮ ਕਰਨੇ। ਫਿਰ ਕੀ ਕਰਨਾ? ਕੰਮ ਤੇ ਜਾਓ, ਠੀਕ ਕੰਮ ਕਰੋ, ਕਿਉਂ ਕਿਸੇ ਨਾਲ ਹੇਰਾ ਫੇਰੀ ਕਰੋ? ਮੂੰਹ ਵੇਖ ਕੇ ਚਪੇੜ ਕਿਉਂ ਮਾਰਦੇ ਅਸੀਂ? ਮੈਨੂੰ ਖਿਮਾ ਕਰ ਦੇਣਾ। ਗੁਰਦੁਆਰੇ ਤੋਂ ਸਾਡੇ ਘਰ ਕੋਈ ਪੈਸੇ ਲੈਣ ਆਵੇ ਤਾਂ ਵੀ ਮੂੰਹ ਵੇਖ ਕੇ ਚਪੇੜ ਮਾਰਦੇ ਅਸੀਂ। ਪ੍ਰਧਾਨ ਜੀ ਆਏ ਨੇ, ਦਿਓ ਜੀ 1100 ਦਿਓ। ਸੇਵਾਦਾਰ ਆਇਆ ਹੈ, ਕੋਈ ਨਹੀਂ 21 ਰੁਪਏ ਦੇ ਦਿਓ। ਵੀ ਪ੍ਰਧਾਨ ਨੂੰ ਦੇਣੇ ਨੇ, ਗੁਰਦੁਆਰੇ ਨੂੰ ਦੇਣੇ ਨੇ। ਅਸੀਂ ਮੂੰਹ ਵੇਖ ਕੇ ਚਪੇੜ ਮਾਰਦੇ, ਇਸੇ ਕਰਕੇ ਸਾਡੀ ਫਲੀ ਭੂਤੀ ਨਹੀਂ ਹੁੰਦੀ। ਜਿਸ ਦਿਨ ਤੁਸੀਂ ਧਰਮ ਵਾਸਤੇ ਕਰਨਾ ਸ਼ੁਰੂ ਕਰ ਦਿਓਗੇ, ਉਸੇ ਦਿਨ ਪੁੰਨ ਫਲ ਸ਼ੁਰੂ ਹੋ ਜਾਣਗੇ ਤੁਹਾਡੇ। ਉਸੇ ਦਿਨ ਤੁਹਾਡੇ ਲਈ ਤੁਹਾਨੂੰ ਕੀ ਫਰਕ ਹੈ? ਬੱਚਾ ਆਵੇ ਕਿ ਬਜ਼ੁਰਗ ਆਵੇ, ਤੁਹਾਡਾ ਪੈਰਾਮੀਟਰ ਇੱਕੋ ਹੀ ਹੋਣਾ ਚਾਹੀਦਾ ਹੈ। ਸਵਾਲ ਇਹ ਨਹੀਂ ਕਿ ਤੁਹਾਡੀ ਦੁਕਾਨ ਤੇ ਨੋਨ ਆਇਆ ਕਿ ਅਨਨੋਨ ਆਇਆ, ਛੋਟੀ ਉਮਰ ਦਾ ਆਇਆ ਕਿ ਵੱਡੀ ਉਮਰ ਦਾ ਆਇਆ, ਅਣਜਾਣ ਆਇਆ ਕਿ ਬਹੁਤਾ ਸਿਆਣਾ ਆਇਆ। ਤੁਹਾਡੇ 2 ਭਾਅ ਨਹੀਂ ਹੋਣੇ ਚਾਹੀਦੇ। ਇਹਨੂੰ ਕਹਿੰਦੇ ਨੇ ਨਿਰਮਲ ਕਰਮ। ਠੀਕ ਹੈ, ਸ਼ੁਰੂ 'ਚ 1-2 ਸਾਲ ਤੁਹਾਨੂੰ ਨੁਕਸਾਨ ਹੋਏਗਾ, ਪਰ 1-2 ਸਾਲਾਂ ਤੋਂ ਬਾਅਦ ਕੀ ਹੋਏਗਾ? ਵੱਡੇ
ਘਰੋਂ ਤੁਰਨਗੇ ਹੀ ਨਹੀਂ, ਉਹ ਬੱਚੇ ਨੂੰ ਹੀ ਕਹਿਣਗੇ ਜਾ ਪੁੱਤਰ ਉੱਥੋਂ ਜਾ ਕੇ ਸਮਾਨ ਲੈ ਆ। ਉਹਨਾਂ ਦੀ ਦੁਕਾਨ ਤੇ ਕਿਹੜਾ ਕੋਈ ਰੇਟ ਦਾ ਫਰਕ ਹੈ, ਨਾ ਭਾਅ ਦਾ ਫਰਕ ਹੈ, ਨਾ ਕੁਆਲਿਟੀ ਦਾ ਫਰਕ ਹੈ। ਤੁਹਾਡੀ ਸ਼ੋਭਾ ਵੀ ਹੋਏਗੀ, ਤੁਹਾਡੀ ਆਮਦਨ ਵੀ ਹੋਏਗੀ, ਤੁਹਾਡਾ ਮਾਲ ਵੀ ਵਿਕੇਗਾ। ਤੇ ਧਰਮ ਦੇ ਵਿੱਚ ਇਹੀ ਲਿਖਿਆ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਜਦੋਂ ਤੁਸੀਂ ਕੋਈ ਕੰਮ ਕਰਨਾ ਹੈ ਤੇ ਪਹਿਲਾਂ ਰੱਬ ਨੂੰ ਕਹਿ ਦਿਓ ਵੀ ਪ੍ਰਮਾਤਮਾ ਇਹ ਮੇਰਾ ਕੰਮ ਹੈ। ਫਿਰ ਕੀ ਹੁੰਦਾ ਹੈ, ਵਾਹਿਗੁਰੂ ਤੁਹਾਡੇ ਕਾਰਜ ਆਪ ਕਰੇਗਾ, ਤੁਹਾਡੇ ਕਾਰਜਾਂ ਵਿੱਚ ਆਪ ਖਲੋਵੇਗਾ। ਅੱਜ ਦਾ ਬਾਹਰ ਹੁਕਮਨਾਮਾ ਕੀ ਹੈ, ਪਰਮੇਸ਼ਰ ਦਿੱਤਾ ਬੰਨਾ। ਕਰੋ ਕਿਰਪਾ, ਪਰਮੇਸ਼ਰ ਦਿੱਤਾ ਬੰਨਾ। ਬੰਨਾ ਕਿਹਨੂੰ ਕਹਿੰਦੇ ਨੇ, ਰੁਕਾਵਟ, ਇੱਕ ਦੀਵਾਰ ਖੜੀ ਕਰ ਦੇਣੀ। ਫਿਰ ਕੀ ਹੋਇਆ, ਦੁੱਖ ਰੋਗ ਕਾ ਡੇਰਾ ਭੰਨਾ। ਡੇਰੇ ਦਾ ਅਰਥ ਕੀ ਹੈ, ਡੇਰੇ ਦਾ ਅਰਥ ਹੈ ਖੂਹ, ਡੇਰੇ ਦਾ ਅਰਥ ਹੈ ਮੁਰੱਬਾ, ਡੇਰੇ ਦਾ ਅਰਥ ਹੈ ਢਾਣੀ, ਡੇਰੇ ਦਾ ਅਰਥ ਹੈ ਖੇਤਾਂ ਦੇ ਵਿੱਚ ਪਾਇਆ ਹੋਇਆ ਘਰ। ਉਹ ਜਿਹੜੇ ਦੁੱਖ ਤੇ ਰੋਗ ਤੁਹਾਡੇ ਅੰਦਰ ਘਰ ਬਣਾ ਕੇ ਬਹਿ ਗਏ ਸੀ, ਰੱਬ ਕੀ ਕਰੇਗਾ, ਭੰਨਾ। ਭੰਨੇ ਦਾ ਮਤਲਬ ਕੀ ਹੁੰਦਾ ਹੈ, ਪੰਜਾਬੀ ਚ ਹੁੰਦਾ ਭੰਨਣਾ, ਅੰਗਰੇਜ਼ੀ ਚ ਉਹਨੂੰ ਕਹਿੰਦੇ ਕਰਸ਼ ਕਰ ਦੇਣਾ। ਤੁਹਾਨੂੰ ਪਤਾ ਜਿਹੜੀ ਚੀਜ਼ ਕਰਸ਼ ਹੋ ਜਾਏ ਉਹ ਦੁਬਾਰਾ ਇਕੱਠੀ ਨਹੀਂ ਹੁੰਦੀ। ਆ ਜਿਹੜਾ ਸਕ੍ਰੈਪ ਤੁਸੀਂ ਵੇਚਦੇ ਹੋ, ਲੋਕ ਲੈ ਜਾਂਦੇ ਨੇ, ਕੀ ਹੁੰਦਾ ਉਹਦਾ, ਫਿਰ ਉਹਨੂੰ ਕਰਸ਼ ਕਰ ਦਿੱਤਾ ਜਾਂਦਾ ਹੈ। ਹੁਣ ਉਹਦੇ ਤੋਂ ਉਹ ਦੁਬਾਰਾ ਜੁੜੇਗਾ ਨਹੀਂ, ਕੋਈ ਹੋਰ ਚੀਜ਼ ਤਾਂ ਬਣ ਜਾਏਗੀ। ਜਿਹੜੇ ਤੁਸੀਂ ਧਾਗੇ ਤਵੀਤਾਂ ਵਾਲੇ ਪਾਸੇ ਤੁਰੇ ਫਿਰਦੇ ਹੋ, ਉਹ ਕਹਿੰਦੇ ਜੇ ਅਸੀਂ ਤੁਹਾਡਾ ਦੁੱਖ ਬੰਨ੍ਹ ਦਿੱਤਾ ਹੈ, ਤੇ ਪੁੱਛੋ ਜਿੱਦਾਂ ਰੱਸਾ ਤੜਾ ਗਿਆ ਉਦੋਂ ਕੀ ਬਣੂਗਾ। ਬੱਧਾ ਵੇਖਿਆ ਨਾ, ਬੱਚਾ ਬੱਧਾ ਹੁੰਦਾ ਹੈ, ਗਾਂ ਬੱਧੀ ਹੁੰਦੀ ਹੈ, ਕੱਟਾ ਬੱਧਾ ਹੁੰਦਾ ਹੈ, ਪਰ ਛੇ ਕਿਤੇ ਛੁੱਟ ਜਾਏ ਸਾਰੀ ਮੱਝ ਚੁੱਗ ਜਾਏਗਾ। ਤੁਹਾਨੂੰ ਦੁੱਖ ਬੰਨ੍ਹਣ ਦੀ ਕੀ ਲੋੜ ਹੈ। ਤੁਸੀਂ ਕੋਸ਼ਿਸ਼ ਇਹ ਕਰੋ ਵੀ ਦੁੱਖ ਕਰਸ਼ ਹੋ ਜਾਣ, ਭੱਜ ਜਾਣ। ਤੁਹਾਡੇ ਘਰ 'ਚ ਕੋਈ ਚੀਜ਼ ਜਦੋਂ ਟੁੱਟ ਜਾਂਦੀ ਹੈ ਨਾ, ਭੱਜ ਜਾਂਦੀ ਹੈ, ਦੁਬਾਰਾ ਜੁੜਦੀ ਨਹੀਂ ਹੈ। ਰੱਬ ਉਹਨੂੰ ਕਹਿੰਦੇ ਨੇ ਜਿਹੜਾ ਤੁਹਾਡੇ ਦੁੱਖਾਂ ਰੋਗਾਂ ਦੇ ਡੇਰੇ ਭੰਨ ਦੇਵੇਗਾ। ਕਵੀ ਜੀ ਕਹਿੰਦੇ ਨੇ, ਅਲਖ ਅਭੇਖ ਅਨੰਤ ਪ੍ਰਭ ਜਿਹ ਗਤ ਲਖੀ ਨਾ ਜਾਹੇ, ਬੰਧਨ ਪਰ ਅਰਬਿੰਦ ਤੇ ਡਾਢਾ ਬੇਪਰਵਾਹੇ। ਉਹ ਪ੍ਰਮਾਤਮਾ ਜਿਹੜਾ ਅਲਖ ਹੈ, ਅਭੇਖ ਹੈ, ਅਨੰਤ ਹੈ, ਜਿਹਦੀ ਗਤੀ ਨੂੰ ਲਖਿਆ ਨਹੀਂ ਜਾ ਸਕਦਾ, ਜਿਹਦੇ ਚਰਨ ਕਮਲ ਫੁੱਲਾਂ ਵਰਗੇ ਨੇ। ਮੈਂ ਉਹਦੇ ਚਰਨਾਂ ਤੇ ਮੱਥਾ ਟੇਕਦਾ, ਮੈਨੂੰ ਪਤਾ ਲੱਗ ਗਿਆ ਬੜਾ ਡਾਢਾ ਬੇਪਰਵਾਹ ਹੈ। ਉਹ ਬੇਪਰਵਾਹ ਹੈ। ਬੇਪਰਵਾਹ ਦਾ ਅਰਥ ਕੀ ਹੈ, ਜਿਹਨੂੰ ਤੁਹਾਡੀ ਮੁਤਾਜੀ ਨਹੀਂ ਹੈ। ਜਿਹੜਾ ਬੰਦਾ ਤੁਹਾਡੇ ਦੁੱਧ ਤੇ ਪਲਦਾ ਹੈ, ਜਿਹੜਾ ਬੰਦਾ ਤੁਹਾਡੀ ਦਾਲ ਰੋਟੀ ਖਾ ਕੇ ਗੁਜ਼ਾਰਾ ਕਰਦਾ, ਉਹ ਬੇਪਰਵਾਹ ਕਿਵੇਂ ਹੋ ਸਕਦਾ ਹੈ। ਰੱਬ ਬੇਪਰਵਾਹ ਹੈ। ਸ਼ਾਇਦ ਪਤਾ ਨਹੀਂ ਵੀ ਇੱਕ ਰੱਬ ਨੇ ਇਮਤਿਹਾਨ ਲਿਆ ਸਾਡਾ ਕਿ 20 ਮਾਰਚ ਤੋਂ ਬਾਅਦ ਲੋਕਡਾਊਨ ਹੋ ਗਿਆ, 6 ਮਹੀਨੇ ਰੱਬ ਨੇ ਕਿਹਾ ਚੱਲ ਕੰਮ ਕਰ ਆਪਣਾ ਚੱਲ ਕੇ, ਫਿਰ ਦੱਸੀ ਵੀ ਮੇਰਾ ਘਰ ਚੱਲਦਾ ਕਿ ਨਹੀਂ ਚੱਲਦਾ। ਸਾਨੂੰ ਭੁਲੇਖਾ ਹੈ, ਅਸੀਂ ਚਲਾਉਂਦੇ ਆ, ਨਹੀਂ ਤੁਸੀਂ ਨਹੀਂ ਚਲਾਉਂਦੇ। ਇਹਨਾਂ ਦਿਨਾਂ 'ਚ ਨਾ ਇੱਕ ਹਿੰਦੂ ਭੈਣ ਨੇ ਬੜੀ ਕਮਾਲ ਦੀ ਗੱਲ ਕੀਤੀ। ਉਹ ਕਹਿੰਦਾ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਿਆ, ਕਹਿੰਦੀ ਮੈਂ ਤੇ ਹੈਰਾਨ, ਅਸੀਂ ਰਾਮ ਦਾ ਘਰ ਬਣਾ ਦਿੱਤਾ, ਅਸੀਂ ਰਾਮ ਦਾ ਘਰ ਬਣਾ ਦਿੱਤਾ। ਉਹ ਕਹਿੰਦੀ ਸੰਸਾਰ ਦੇ ਲੋਕੋ, ਰਾਮ ਲੋਕਾਂ ਦੇ ਘਰ ਬਣਾਉਂਦਾ ਹੈ, ਤੁਸੀਂ ਕੌਣ ਹੁੰਦੇ ਰਾਮ ਦਾ ਘਰ ਬਣਾਉਣ ਵਾਲੇ। ਰੱਬ ਦਾ ਘਰ ਅਸੀਂ ਨਹੀਂ ਬਣਾ ਸਕਦੇ, ਰੱਬ ਸਾਡੇ ਘਰ ਬਣਾਉਂਦਾ ਹੈ। ਅਗਰ ਕੋਈ 2-4 ਇੱਟਾਂ ਦੀ ਸੇਵਾ ਸਾਨੂੰ ਮਿਲ ਗਈ ਤੇ ਸਾਡੀ ਗਨੀਮਤ ਹੈ, ਸਾਡੇ ਧਨ ਭਾਗ ਨੇ। ਕਵੀ ਜੀ ਕਹਿੰਦੇ ਨੇ, ਉਸ ਬੇਪਰਵਾਹ ਪ੍ਰਮਾਤਮਾ ਦੇ ਚਰਨਾਂ ਤੇ ਮੈਂ ਮੱਥਾ ਟੇਕ ਕੇ ਅੱਗੇ ਕਥਾ ਲਿਖਣੀ ਆਰੰਭ ਕਰਦਾ। ਹਾਂਜੀ। ਸ਼੍ਰੀ ਅੰਗਦ ਜੀ ਸੋਹਣਾ ਇਤਿਹਾਸੂ, ਅਗਰਜ ਗਮਨੇ ਪੁਨ ਸੁਖ ਰਾਸੂ। 9 ਖੰਡ ਪ੍ਰਿਥਵੀ ਨੂੰ 4 ਚੱਕਾਂ ਨੂੰ ਤਾਰਦੇ, ਜਗਤ ਜਲੰਦੇ ਨੂੰ ਠਾਰਦੇ ਹੋਏ ਸਤਿਗੁਰੂ ਪਿਤਾ ਮਹਾਰਾਜ ਸਾਡੇ ਜੀਵਾਂ ਦਾ ਉਧਾਰ ਕਰਦੇ, ਚੱਲਦੇ ਚੱਲਦੇ ਚੱਲਦੇ
ਸਤਿਗੁਰੂ ਭਗਤ ਧਰੂ ਤੋਂ ਵੀ ਅੱਗੇ, ਭਗਤ ਪ੍ਰਹਿਲਾਦ ਤੋਂ ਵੀ ਅੱਗੇ ਚਲੇ ਗਏ। ਕਿੱਥੇ ਪਹੁੰਚਦੇ ਨੇ? ਸ਼੍ਰੀ ਅੰਗਦ ਜੀ ਸੁਣ ਇਤਿਹਾਸੂ, ਅਗਰਜ ਗਨਮੇ ਗਮਨੇ ਪੁਨ ਸੁਖ ਰਾਸੂ। ਸਤਿਗੁਰੂ ਬਹੁਤ ਅੱਗੇ ਚਲੇ ਗਏ। ਹਾਂਜੀ। ਤਾਰਹਿ ਤਰੇ ਸ਼ੋਰ ਕਰ ਸਭ ਹੀ, ਉਰਦ ਪਹੁੰਚੇ ਸ਼੍ਰੀ ਗੁਰ ਜਬ ਹੀ। ਕਹਿੰਦੇ ਆਕਾਸ਼ ਦੇ ਜਿਹੜੇ ਗਗਨ ਮੰਡਲ ਦੇ ਤਾਰੇ ਨੇ ਉਸ ਤੋਂ ਵੀ ਅੱਗੇ ਚਲੇ ਗਏ। ਜਦੋਂ ਉਸ ਤੋਂ ਉੱਪਰ ਗਏ, ਹਾਂਜੀ, ਮਰਦਾਨੇ ਤਬ ਬੂਝਣ ਕੀਨੇ, ਮੁਝੇ ਬਤਾਵ ਪ੍ਰਭੂ ਪਰ ਬੀਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਆਪਾਂ ਕਿੱਥੇ ਆ ਗਏ ਆ, ਆਪਾਂ ਕਿੱਥੇ ਪਹੁੰਚ ਗਏ ਆ, ਆਪਾਂ ਕਿਹੜੀ ਧਰਤੀ ਜਾਂ ਕਿਹੜੇ ਦੇਸ਼ ਵਿੱਚ ਆਪਾਂ ਹੁਣ ਪ੍ਰਵੇਸ਼ ਕੀਤਾ ਹੈ। ਹਾਂਜੀ। ਉਡਗਨ ਇਹਾਂ ਨ ਦੀਸਤ ਕੋ, ਹਮ ਕੇ ਤਿਜ ਦਸ਼ ਆਏ ਸੋ। ਆਪਾਂ ਉੱਥੇ ਆ ਗਏ ਆ ਬਾਬਾ ਜਿੱਥੇ ਤਾਰੇ ਵੀ ਨਜ਼ਰ ਨਹੀਂ ਆਉਂਦੇ। ਘੱਟੋ ਘੱਟ ਤਾਰੇ ਤਾਂ ਆਕਾਸ਼ ਵਿੱਚ ਦਿਸਦੇ ਹੀ ਨਹੀਂ ਨਾ, ਕਿਤੇ ਵੀ ਚਲੇ ਜਾਓ, ਪਰ ਇੱਥੇ ਤਾਂ ਤਾਰੇ ਵੀ ਨਹੀਂ ਨਜ਼ਰ ਆਉਂਦੇ ਕਿਉਂਕਿ ਉਹ ਤਾਰਿਆਂ ਤੋਂ ਵੀ ਉੱਪਰ ਚਲੇ ਗਏ ਸਨ। ਕਾਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ, ਅਤ ਉਜਲ ਸੁੰਦਰ ਸੁਖ ਰਾਸਾ। ਤੇ ਬਾਬਾ ਫਿਰ ਇੱਥੇ ਪ੍ਰਕਾਸ਼ ਕਾਹਦਾ ਹੈ? ਜੇ ਤਾਰੇ ਵੀ ਨਹੀਂ, ਚੰਦਰਮਾ ਵੀ ਨਹੀਂ, ਸੂਰਜ ਵੀ ਨਹੀਂ, ਤੇ ਪ੍ਰਕਾਸ਼ ਕਾਹਦਾ ਹੈ? ਰੋਸ਼ਨੀ ਕਾਹਦੀ ਹੈ? ਕਾਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ, ਕਿਸ ਪ੍ਰਕਾਸ਼ ਦੇ ਨਾਲ ਇਹ ਦੇਸ਼ ਰੋਸ਼ਨ ਹੋ ਰਿਹਾ ਹੈ? ਅਤ ਉਜਲ ਸੁੰਦਰ ਸੁਖ ਰਾਸਾ, ਇਹਦੀ ਰੋਸ਼ਨੀ ਬੜੀ ਵਧੀਆ ਹੈ। ਇਹ ਜਿਹੜੇ ਬਲਬ ਟਿਊਬਾਂ ਵੇਚਦੇ ਨੇ, ਮੋਮਬੱਤੀਆਂ ਵੇਚਦੇ ਨੇ, ਲਾਲਟਨ ਵੇਚਦੇ ਨੇ, ਦੀਵੇ ਵੇਚਦੇ ਨੇ, ਤੇਲ ਵੇਚਦੇ ਨੇ, ਬੱਤੀਆਂ ਵੇਚਦੇ ਨੇ, ਈਵਨ ਗੱਡੀਆਂ ਦੀਆਂ ਲਾਈਟਾਂ ਵੇਚਦੇ ਨੇ। ਤੁਸੀਂ ਉਹਨਾਂ ਨੂੰ ਪੁੱਛੋ, ਉਹ ਤੁਹਾਨੂੰ ਉਹਦੀ ਲਾਈਟ ਦੀ ਵੀ ਗੁਣਵੰਤਾ ਦੱਸਣਗੇ। ਫਿਰ ਇਹ ਵੀ ਦੱਸਣਗੇ ਵੀ ਇਹ ਲਾਈਟ ਉਹ ਹੈ ਜਿਹਦੇ ਅੱਗੇ ਮੱਖੀ ਮੱਛਰ ਨਹੀਂ ਆਉਂਦਾ। ਕਿ ਆਪ ਜੀ ਨੂੰ ਪਤਾ ਹੈ ਵੀ ਕੁਝ ਲਾਈਟਾਂ ਐਸੀਆਂ ਨੇ ਜਿੱਥੇ ਮੱਖੀ ਮੱਛਰ ਵੀ ਨਹੀਂ ਆਉਂਦਾ। ਜਦੋਂ 1984 ਦਾ ਬਲੂ ਸਟਾਰ ਹੋਇਆ, ਸਰਕਾਰ ਨੇ ਅਕਾਲ ਤਖਤ ਦੀ ਸੇਵਾ ਕੀਤੀ। ਠੀਕ ਹੈ, ਸਿੱਖਾਂ ਨੇ ਨਹੀਂ ਮੰਨੀ, ਤੋੜ ਦਿੱਤੀ। ਪਰ ਉਹਨਾਂ ਵਿੱਚ ਜਿਹੜਾ ਇੱਕ ਵਿਅਕਤੀ ਸ਼ਾਮਲ ਸੀ, ਉਹਨੂੰ ਪੰਥ ਚੋਂ ਵੀ ਕੱਢਿਆ ਗਿਆ। ਚਲੋ ਫਿਰ ਉਹ ਸ਼ਾਮਲ ਹੋ ਗਿਆ। ਫਿਰ ਇੱਕ ਦਿਨ ਮੈਂ ਉਹਨਾਂ ਨੂੰ ਮਿਲਿਆ, ਕਹਿਣ ਲੱਗੇ ਗਿਆਨੀ ਜੀ ਮੈਂ ਉੱਥੇ ਉਹ ਲਾਈਟਾਂ ਲਾਈਆਂ ਸੀ। ਇਹ ਗੱਲ 1984 85 86 ਦੀ ਕਹਿ ਲਈਏ ਆਪਾਂ, 85 ਦੀ ਹੋਏਗੀ ਜ਼ਿਆਦਾ ਤੋਂ ਜ਼ਿਆਦਾ। ਕਹਿੰਦਾ ਜਿੱਥੇ ਕਦੇ ਵੀ ਉਹਨਾਂ ਲਾਈਟਾਂ ਦੇ ਅੱਗੇ ਮੱਖੀ ਮੱਛਰ ਨਹੀਂ ਸੀ ਆਉਣਾ। ਮੈਂ ਕਿਹਾ ਇਦਾਂ ਦੀਆਂ ਵੀ ਹੁੰਦੀਆਂ ਨੇ? ਕਹਿੰਦਾ ਹੁੰਦੀਆਂ ਨੇ। ਲਾਈਟ ਹੀ ਐਸੀ ਹੈ। ਇੱਥੇ ਅਸੀਂ ਗੁਰਦੁਆਰੇ ਵਿੱਚ ਵੀ ਕਈ ਜਗ੍ਹਾ ਤੇ ਉਹ ਜਿੱਥੇ ਮੱਖੀ ਮੱਛਰ ਹੋਵੇ ਅਸੀਂ ਲਾਈਟ ਲਾਉਨੇ ਆ। ਤੁਹਾਨੂੰ ਇਦਾਂ ਲੱਗਣਾ ਵੀ ਨਹੀਂ ਉਹ ਤੇ ਇੱਕ ਆਮ ਲਾਈਟ ਟਿਊਬ ਹੈਗੀ ਹੈ। ਨਹੀਂ, ਆਮ ਟਿਊਬ ਨਹੀਂ ਹੈਗੀ। ਉਹ ਲਾਈਟ ਇਦਾਂ ਦੀ ਵੀ ਉਹ ਮੱਖੀ ਮੱਛਰ ਨੂੰ ਆਪਣੇ ਵੱਲ ਖਿੱਚਦੀ ਹੈ। ਐਸੀਆਂ ਲਾਈਟਾਂ ਵੀ ਹੈਗੀਆਂ ਨੇ। ਕੱਲੇ ਚਾਨਣ ਤੇ ਨਹੀਂ ਆਉਂਦੀਆਂ, ਉਹ ਆਕਰਸ਼ਿਤ ਲਾਈਟਾਂ ਹੁੰਦੀਆਂ ਨੇ। ਜਿੱਥੇ ਗੁਰੂ ਨਾਨਕ ਸਾਹਿਬ ਗਏ, ਕਹਿੰਦੇ ਬਾਬਾ ਇਹ ਕਿੱਦਾਂ ਦਾ ਪ੍ਰਕਾਸ਼ ਹੈ, ਰੋਸ਼ਨੀ ਕਿੱਦਾਂ ਦੀ ਹੈ, ਇਹ ਤਾਂ ਅੱਖਾਂ ਨੂੰ ਬੜੀ ਚੰਗੀ ਲੱਗਦੀ ਹੈ। ਅਤ ਉਜਲ, ਬੜੀ ਸਾਫ਼ ਰੋਸ਼ਨੀ ਹੈ। ਸੁੰਦਰ ਸੁਖ ਰਸ, ਵੇਖਣ ਨੂੰ ਸੋਹਣੀ ਲੱਗਦੀ ਹੈ ਤੇ ਉਹਦਾ ਅੱਖਾਂ ਨੂੰ ਸਿਖਾਉਂਦੀ ਹੈ, ਰੜਕਦੀ ਨਹੀਂ ਹੈ। ਹਾਂਜੀ। ਸੁਨ ਸ਼੍ਰੀ ਨਾਨਕ ਬਚਨ ਉਚਾਰੇ, ਹਮ ਤੇ ਤਰੇ ਰਹੇ ਅਬ ਤਾਰੇ। ਗੁਰੂ ਨਾਨਕ ਦੇ ਪਿਤਾ ਜੀ ਕਹਿਣ ਲੱਗੇ, ਮਰਦਾਨਿਆਂ ਆਪਾਂ ਉੱਥੇ ਆਏ ਆ ਜਿੱਥੇ ਗਗਨ ਮੰਡਲ ਦੇ ਤਾਰੇ ਥੱਲੇ ਰਹਿ ਗਏ ਨੇ। ਹੁਣ ਇਸ ਤੋਂ ਉੱਪਰ ਤਾਰੇ ਨਹੀਂ ਹੈਗੇ, ਆਪਾਂ ਤਾਰਿਆਂ ਤੋਂ ਵੀ ਅੱਗੇ ਚਲੇ ਗਏ। ਨੀਚੇ ਕਰ ਮੁਖ ਲਿਹੋ ਨਿਹਾਰੀ,
ਰਹੇ ਪ੍ਰਕਾਸ਼ ਥਾਨ ਨਿਜ ਚਾਰੀ। ਜੇ ਤਾਰੇ ਵੇਖਣੇ ਨੇ ਤੇ ਹੁਣ ਤਾਂ ਮੂੰਹ ਚੁੱਕਣ ਦੀ ਲੋੜ ਨਹੀਂ, ਥੱਲੇ ਕਰ ਦਿਸ ਜਾਣਗੇ ਤੈਨੂੰ। ਉਹ ਤੇ ਹੁਣ ਵੀ ਚਾਨਣ ਕਰੀ ਜਾਂਦੇ ਨੇ। ਤਾਰੇ ਉੱਥੇ ਹੀ ਨੇ ਜਿੱਥੇ ਹੁੰਦੇ ਨੇ। ਜਦੋਂ ਸਤਿਗੁਰਾਂ ਨੇ ਰੱਬ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ, ਉਦੋਂ ਕਿਹਾ ਓਏ ਜੋਧੀ ਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਨਹਾਰੇ। ਜਦੋਂ ਆਪਣੇ ਘਰ 'ਚ ਬਾਬਾ ਜੀ ਦੀ ਕੋਈ ਫੋਟੋ ਲਾਉਂਦੇ ਹੋ ਨਾ ਤੁਸੀਂ, ਤੇ ਨੱਕ ਰਗੜਦੇ ਹੋ, ਕਈ ਵਾਰੀ ਕਈ ਨੱਕ ਛਿੱਲ ਵੀ ਲੈਂਦੇ ਨੇ, ਏਡੇ ਭਗਤ ਹੁੰਦੇ ਨੇ, ਤੇ ਪੁੱਛੋ ਵੀ ਬਾਬੇ ਨੇ ਤਾਰੇ ਲਾਏ ਨੇ ਉੱਪਰ ਭਲਾ? ਜੇ ਨਹੀਂ ਲਾਏ ਤੇ ਫਿਰ ਮੱਥਾ ਟੇਕਣਾ ਬੰਦ ਕਰ ਦਿਓ। ਵੇਖੋ ਫੋਟੋ ਤੁਸੀਂ ਲਾਓ ਜਿਹਦੀ ਮਰਜ਼ੀ, ਮਾਂ-ਬਾਪ ਦੀ ਫੋਟੋ ਲਾਓ, ਭੈਣਾਂ ਭਰਾਵਾਂ ਦੀ ਲਾਓ। ਅੱਜ ਕੱਲ੍ਹ ਲੋਕ ਆਪਣੀ ਵਹੁਟੀ ਦੀਆਂ ਲਾਈ ਜਾਂਦੇ ਨੇ, ਕੀ ਫਰਕ ਪੈਂਦਾ? ਕੋਈ ਡੱਕ ਸਕਦਾ? ਲੜ ਪੈਣ ਤੇ ਮੁੜ ਕੇ ਤੋੜਨ ਵੀ ਲੱਗ ਪੈਂਦੇ ਨੇ, ਕੋਈ ਰੋਕ ਸਕਦਾ? ਵੀ ਹੁਣ ਕੰਧ ਨਾਲੋਂ ਲਾ ਲਾ ਕੇ ਥੱਲੇ ਕਿਉਂ ਸੁੱਟਦਾ ਤੂੰ ਬਈ? ਤੁਸੀਂ ਫੋਟੋ ਜਿਹਦੀ ਮਰਜ਼ੀ ਲਾਓ, ਘਰ 'ਚ ਮੂਰਤੀ ਜਿਹਦੀ ਮਰਜ਼ੀ ਲਾਓ, ਪਰ ਇੱਕ ਵਾਰੀ ਉਹਨੂੰ ਪੁੱਛ ਲਿਓ ਵੀ ਆ ਤਾਰੇ ਤੂੰ ਲਾਏ ਨੇ, ਇਹ ਵਾਇਰਿੰਗ ਤੂੰ ਕੀਤੀ ਹੈ? ਕੀ ਇਹ ਜਿਹੜੀ ਉੱਪਰ ਜਾ ਕੇ ਕੋਈ ਪੀਓਪੀ ਹੋਈ ਹੋਏਗੀ, ਉਹਦੇ ਵਿੱਚ ਉਹ ਲਾਈਟਾਂ ਲੱਗੀਆਂ ਹੋਣਗੀਆਂ, ਕੋਈ ਆਖਰ ਜਗਾੜ ਤੇ ਹੋਏਗਾ ਨਾ ਕੋਈ ਨਾ ਕੋਈ। ਅਗਰ ਉਹ ਜਿਹੜੇ ਉੱਤੇ ਤਾਰਿਆਂ ਦੇ ਰੂਪੀ ਬਲਬ ਨੇ ਉਹ ਕਿਸੇ ਚੀਜ਼ ਨਾਲ ਤੇ ਲਟਕਦੇ ਹੀ ਹੋਣਗੇ ਨਾ, ਹਵਾ 'ਚ ਉੱਡਦੇ ਨਹੀਂ ਹੋਣਗੇ। ਕਿਹਨੇ ਲਾਏ ਨੇ? ਤੇ ਜੇ ਸਮਝ ਆ ਜਾਏ ਤੇ ਫਿਰ ਸਮਝ ਲੈਣਾ ਰੱਬ ਉਹਨੂੰ ਕਹਿੰਦੇ ਨੇ। ਇਹ ਰੱਬ ਨਹੀਂ ਹੈ। ਅਸੀਂ ਪੱਥਰਾਂ ਨੂੰ ਰੱਬ ਸਮਝ ਕੇ ਬਹਿ ਗਏ। ਅਸੀਂ ਮਿੱਟੀ ਨੂੰ ਰੱਬ ਬਣਾ ਕੇ ਬਹਿ ਗਏ। ਉਹ ਮੇਰੇ ਵਰਗਾ ਭਗਤ ਜਦੋਂ ਬਿਲਕੁਲ ਕੁਝ ਨਹੀਂ ਰਿਹਾ ਤੇ ਘਰੋਂ ਸੋਨੇ ਦੀ ਮੂਰਤੀ ਲੈ ਕੇ ਸੁਨਿਆਰੇ ਕੋਲ ਚਲਾ ਗਿਆ। ਮਨ ਤੇ ਪੱਥਰ ਤੇ ਰੱਖਿਆ ਸੀ, ਦਿਲ ਤੇ ਪੱਥਰ ਰੱਖ ਕੇ ਲੈ ਗਿਆ ਵੀ ਜਿਹਦੀ ਮੈਂ ਪੂਜਾ ਕਰਦਾ ਜੇ ਵੀ ਵੇਚਣਾ ਪੈ ਰਿਹਾ ਹੈ। ਸੁਨਿਆਰੇ ਨੂੰ ਕਹਿੰਦਾ ਵੀ ਮੂਰਤੀ ਲੈ ਲਏਗਾ? ਸੋਨੇ ਦੀ ਹੈ। ਉਹ ਕਹਿੰਦਾ ਜੀ ਲੈ ਲਾਂਗਾ। ਕੀ ਰੇਟ? ਉਹਨੇ ਦੱਸਿਆ ਵੀ ਸੋਨੇ ਦਾ ਅੱਜ ਦਾ ਭਾਅ ਇਹ ਹੈ। ਹੁਣ ਉਹਨੇ ਕੱਪੜੇ 'ਚ ਲਪੇਟੀ ਸੀ, ਕੱਢ ਕੇ ਜਦੋਂ ਦਿੱਤੀ ਤੇ ਸੁਨਿਆਰੇ ਨੇ ਰੱਖ ਲਈ ਤਕੜੀ 'ਚ। ਕਹਿੰਦਾ ਹੋ ਮੇਰਾ ਭਗਵਾਨ ਹੈ। ਕਹਿੰਦਾ ਭਗਵਾਨ ਹੈ ਤੇ ਕਰ ਲੈ ਜਾ, ਮੈਂ ਤੂੰ ਸੋਨਾ ਲੈਣਾ, ਮੈਂ ਭਗਵਾਨ ਥੋੜਾ ਖਰੀਦਣ ਲੱਗਾ ਤੇਰੇ ਕੋਲ। ਅਸੀਂ ਕਿਉਂ ਭੁੱਲ ਗਏ ਵੀ ਉਹ ਮੂਰਤੀ ਇੱਕ ਦਿਨ ਕਿਸੇ ਬੰਦੇ ਨੇ ਹੀ ਬਣਾਈ ਹੈ। ਉਹ ਬੰਦੇ ਦੇ ਬਣਾਉਂਦਿਆਂ ਬਣਾਉਂਦੇ ਹੀ ਮੂਰਤੀ ਭਗਵਾਨ ਹੋ ਗਈ। ਲੈ ਦੱਸੋ ਕੀ ਕਰੋਗੇ ਤੁਸੀਂ? ਤਾਂ ਹੀ ਕਹਿੰਦੇ ਨੇ ਨਾ ਕਿ ਬੰਦੇ ਦੇ ਬਣਾਏ ਪੱਥਰ ਰੱਬ ਬਣ ਕੇ ਬਹਿ ਗਏ ਜਾ ਕੇ ਧਰਮ ਸਥਾਨਾਂ 'ਚ। ਤੁਸੀਂ ਸਿੰਬੋਲਿਕ ਤੌਰ ਤੇ ਤੁਸੀਂ ਕੋਈ ਚੀਜ਼ ਆਪਣੇ ਘਰ ਰੱਖਦੇ ਹੋ, ਜੀ ਸਦਕੇ ਰੱਖੋ। ਲੋਕਾਂ ਨੇ ਘਰਾਂ 'ਚ ਕੁੱਤਿਆਂ ਦੀਆਂ ਮੂਰਤੀਆਂ ਵੀ ਰੱਖੀਆਂ ਹੋਈਆਂ ਨੇ, ਸ਼ੇਰਾਂ ਦੀਆਂ ਵੀ ਰੱਖੀਆਂ ਨੇ, ਬਹੁਤ ਸਾਰੇ ਜੰਗਲ ਦੇ ਪੰਛੀਆਂ ਜਾਨਵਰਾਂ ਦੀਆਂ ਰੱਖੀਆਂ ਨੇ। ਕੋਈ ਇਤਰਾਜ਼ ਹੈ? ਤੁਸੀਂ ਇੱਕ ਸਿੰਬੋਲਿਕ ਤੌਰ ਤੇ ਤੁਸੀਂ ਆਪਣੇ ਘਰ 'ਚ ਕੁਝ ਵੀ ਰੱਖ ਸਕਦੇ ਹੋ, ਪਰ ਉਹਨੂੰ ਪ੍ਰਮਾਤਮਾ ਦਾ ਪ੍ਰਤੀਕ ਮੰਨ ਸਕਦੇ ਹੋ, ਰੱਬ ਨਹੀਂ ਮੰਨ ਸਕਦੇ। ਰੱਬ ਉਹ ਨਹੀਂ ਹੈ। ਰੱਬ ਉਹ ਹੈ ਜਿਸ ਰੱਬ ਨੇ ਤਾਰੇ ਬਣਾਏ ਨੇ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਹੁਣ ਥੱਲੇ ਨੂੰ ਵੇਖ, ਤਾਰੇ ਹੁਣ ਵੀ ਹੈਗੇ ਨੇ, ਉਹ ਹੁਣ ਵੀ ਚਮਕ ਰਹੇ ਨੇ। ਰਹੇ ਪ੍ਰਕਾਸ਼ ਥਾਨ ਨਿਜ ਚਾਰੀ, ਉਹ ਆਪਣਾ ਪ੍ਰਕਾਸ਼ ਹੁਣ ਵੀ ਥੱਲੇ ਦੇ ਰਹੇ ਨੇ, ਕਿਉਂਕਿ ਨੀਵੇਂ ਰਹਿ ਗਏ ਨੇ। ਉਹ ਪ੍ਰਕਾਸ਼ ਉੱਪਰ ਨੂੰ ਕਰ ਹੀ ਨਹੀਂ ਸਕਦੇ। ਹਾਂਜੀ। ਹਮ ਤੇ ਊਰਦ ਏਕ ਲਖੀਜੈ, ਨਾਮ ਧਰੂਜੈ ਪ੍ਰਗਟ ਪਣੀਜੈ। ਹੁਣ ਮਰਦਾਨਿਆ ਸਾਡੇ ਤੋਂ ਉੱਪਰ ਸਿਰਫ ਇੱਕ ਹੈ। ਉਹ ਕੌਣ ਹੈ? ਉਹਨੂੰ ਧਰੂ ਕਹਿੰਦੇ ਨੇ। ਧਰੂ ਇੱਕ ਭਗਤ ਹੋਇਆ ਹੈ ਜਿਹੜਾ ਇੱਕ ਤਾਰੇ ਦੇ ਰੂਪ ਦੇ ਵਿੱਚ ਅੱਜ ਉਹ ਪ੍ਰਗਟ ਹੈ। ਉਹ ਇੱਕ ਆਪਣਾ ਅਸਥਾਨ ਬਣਾ ਕੇ ਉੱਤੇ ਬੈਠਾ ਹੋਇਆ ਹੈ। ਹਮ ਤੇ ਊਰਦ ਏਕ ਲਖੀਜੈ, ਨਾਮ ਧਰੂ
ਜੈ ਪ੍ਰਗਟ ਭਣੀਜੈ, ਜਿਹਨੂੰ ਧਰੂ ਭਗਤ ਕਰਕੇ ਕਹਿੰਦੇ ਨੇ। ਦੇਖੋ ਰੱਬ ਨੂੰ ਸਾਨੂੰ ਬੜੀ ਸੋਹਣੀ ਗੱਲ ਸਮਝਾਈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਜਦੋਂ ਭਗਤ ਧਰੂ ਹੋਏ, ਜਦੋਂ ਭਗਤ ਪ੍ਰਹਿਲਾਦ ਹੋਏ, ਉਦੋਂ ਰਾਜੇ ਦਸ਼ਰਥ ਦੇ ਬੇਟੇ ਸ਼੍ਰੀ ਰਾਮਚੰਦਰ ਨਹੀਂ ਹੋਏ, ਜਿਨ੍ਹਾਂ ਨੂੰ ਅਸੀਂ ਤ੍ਰੇਤੇ ਦੇ ਅਵਤਾਰ ਕਹਿੰਦੇ ਆ। ਉਹ ਉਦੋਂ ਨਹੀਂ ਸਨ। ਇਥੋਂ ਤੁਹਾਨੂੰ ਡਿਫਾਈਨ ਹੋ ਜਾਣਾ ਚਾਹੀਦਾ ਕਿ ਰਾਮ ਦੇ ਅਰਥ ਸ਼੍ਰੀ ਰਾਮਚੰਦਰ ਜੀ ਵੀ ਨੇ ਤੇ ਰਾਮ ਦੇ ਅਰਥ ਪਰਮੇਸ਼ਰ ਵੀ ਨੇ। ਸਾਨੂੰ ਇੱਕ ਗੱਲ ਤੇ ਬਜਿੱਦ ਨਹੀਂ ਹੋਣਾ ਚਾਹੀਦਾ, ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ, ਸ਼੍ਰੀ ਰਾਮਚੰਦਰ ਜੀ ਦੇ ਅਵਤਾਰ ਧਾਰਨ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਗੁਰਬਾਣੀ ਨੇ ਮੰਨਿਆ, ਰਾਮ ਗਇਓ ਰਾਵਣ ਗਇਓ, ਉੱਥੇ ਸ਼੍ਰੀ ਰਾਮਚੰਦਰ ਜੀ ਦਾ ਜ਼ਿਕਰ ਹੈ। ਸਤਿਗੁਰੂ ਦੀ ਬਾਣੀ 'ਚ ਲਕਸ਼ਮਣ ਜੀ ਦਾ ਜ਼ਿਕਰ ਵੀ ਆਉਂਦਾ ਹੈ, ਸੀਤਾ ਜੀ ਦਾ ਜ਼ਿਕਰ ਵੀ ਆਉਂਦਾ ਹੈ, ਨਾਂ ਲਿਖੇ ਹੋਏ ਨੇ ਗੁਰਬਾਣੀ ਵਿੱਚ, ਸੀਤਾ ਲਕਸ਼ਮਣ ਵਿਛੜ ਗਿਆ। ਪਰ ਜਿਸ ਰੱਬ ਦੀ ਗੱਲ ਕੀਤੀ ਹੈ, ਉਸ ਰੱਬ ਨੂੰ ਰਾਮ ਵੀ ਕਿਹਾ ਜਾ ਸਕਦਾ ਹੈ। ਰਾਮ ਕਹਿਣ ਮੈਂ ਭੇਦ ਹੈ ਤੋ ਮੈਂ ਏਕ ਵਿਚਾਰ। ਅਗਰ ਰਾਮ ਕਹਿਣ ਦੇ ਵਿੱਚ ਭੇਦ ਹੈ ਤੇ ਇੱਕ ਗੱਲ ਸਮਝ ਲੈਣਾ, ਏਕ ਰਾਮ ਦਸ਼ਰਥ का बेटा, एक राम घट घट में लेटा, एक राम का सगल पसारा, एक राम सबहू ते न्यारा। ਰੱਬ ਦੇ ਵਿੱਚ ਅੰਤਰ ਹੈ, ਇੱਕ ਅਵਤਾਰੀ ਰਾਮ ਹੈ, ਇੱਕ ਖੁਦ ਰਾਮ ਹੈ। ਇੱਕ ਉਹ ਰਾਮ ਹੈ ਜਿਹਨੇ ਅਵਤਾਰ ਧਾਰਨ ਕੀਤਾ, ਇੱਕ ਉਹ ਰਾਮ ਹੈ ਜਿਹੜਾ ਅਵਤਾਰ ਧਾਰਨ ਨਹੀਂ ਕਰਦਾ। ਇੱਥੇ ਰੱਬ ਨੂੰ ਵੀ ਰਾਮ ਆਖਿਆ। ਭਗਤ ਰੂਹ ਨੇ ਪਰਮਾਤਮਾ ਦੀ ਭਗਤੀ ਕੀਤੀ, ਉਹਨੂੰ ਰਾਮ ਕਹਿ ਕੇ ਉਹਨੂੰ ਸਿਮਰਿਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਉਸ ਹਰੀ ਰਾਮ ਨੂੰ ਇਹਨਾਂ ਨੇ ਸਿਮਰਿਆ। ਹਾਂਜੀ, ਤਾਂ ਕੋ ਇਹਾਂ ਪ੍ਰਕਾਸ਼ ਕਨੇਰੋ, ਲਗੂ ਬੈ ਤਪ ਕੀਨ ਵਡੇਰੋ। ਤੇਹ ਕੋ ਇਹਾਂ ਪ੍ਰਕਾਸ਼ ਕਨੇਰੋ। ਮਰਦਾਨਿਆ, ਇੱਥੇ ਪ੍ਰਕਾਸ਼ ਉਸ ਭਗਤ ਦਾ ਹੈ, ਭਗਤ ਧਰੂ ਦਾ ਹੈ। ਭਗਤ ਇੱਕ ਐਸਾ ਸ਼ਬਦ ਹੈ, ਇਹ ਅੱਜ ਵੀ ਓਨਾ ਹੀ ਪ੍ਰਸੰਗਕ ਹੈ। ਜਦੋਂ ਪ੍ਰਹਿਲਾਦ ਜੀ ਆਏ ਉਹ ਵੀ ਭਗਤ ਸਨ, ਧਰੂ ਜੀ ਆਏ ਉਹ ਵੀ ਭਗਤ ਸਨ। ਅੱਜ ਦੇ ਯੁੱਗ ਵਿੱਚ ਵੀ ਜਿਹੜਾ ਰੱਬ ਦੀ ਭਗਤੀ ਕਰੇ ਉਹ ਰੱਬ ਦਾ ਭਗਤ ਹੈ। ਭਗਤ ਧਰੂ ਜਿਹੜੇ ਸਨ, ਉਹਨਾਂ ਨੇ ਛੋਟੀ ਉਮਰ ਦੇ ਵਿੱਚ ਲਘੂ ਬੈ ਤਪ ਜਿਨ ਕੀਨ ਵਡੇਰੋ, ਛੋਟੀ ਉਮਰ ਤੇ ਤਪ ਵੱਡੇ। ਜਿਵੇਂ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਲਾਂ ਲਈ ਕਹਿੰਦੇ ਆ ਨਾ ਵੀ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ। ਉਮਰਾਂ ਛੋਟੀਆਂ ਸੀ ਪਰ ਜਿਹੜੇ ਉਹਨਾਂ ਨੇ ਕੀਰਤੀਮਾਨ ਸਥਾਪਿਤ ਕੀਤੇ ਉਹ ਬੜੇ ਵੱਡੇ ਸਨ। ਕੌਣ ਨੀਹਾਂ 'ਚ ਚਿਣਿਆ ਜਾ ਸਕਦਾ ਜੀ? ਕਿੰਨੇ ਕੁ ਬੰਦੇ ਤੁਸੀਂ ਦੁਨੀਆ ਵਿੱਚ ਸੁਣੇ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਕੰਧਾਂ ਦੇ ਵਿੱਚ ਖੜਾ ਕਰਕੇ ਉਹਦੇ ਉੱਤੇ ਕੰਧਾਂ ਬਣਾ ਦਿੱਤੀਆਂ ਗਈਆਂ, ਟੋਏ ਪੱਟ ਕੇ ਉਹਦੇ ਵਿੱਚ ਖੜਾ ਕਰਕੇ ਉਹਦੇ ਆਲੇ ਦੁਆਲੇ ਦੀਵਾਰ ਖੜੀ ਕਰ ਦਿੱਤੀ ਗਈ। ਭਗਤ ਧਰੂ ਐਸੇ ਭਗਤ ਹੋਏ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਵੱਡੀ ਭਗਤੀ ਕੀਤੀ ਹੈ। ਹਾਂਜੀ, ਸਭ ਤਹਿ ਊਚੋ ਅਬ ਚਲ ਰਾਜੂ, ਸੰਜੋਤ ਸ਼ੋਭਾ ਰਹਿਓ ਬਿਰਾਜੂ। ਅੱਜ ਸਭ ਤੋਂ ਉੱਚੀ ਪਦਵੀ ਤੇ ਅਬਚਲ ਰਾਜ ਭਗਤ ਧਰੂ ਨੂੰ ਮਿਲਿਆ, ਔਰ ਉੱਚੀ ਥਾਂ ਤੇ ਸੰਜੋਤ ਸ਼ੋਭਾ ਦੇ ਨਾਲ ਅੱਜ ਭਗਤ ਧਰੂ ਜਿਹੜਾ ਹੈ ਉਹ ਸੁਭਾਏਮਾਨ ਹੈ। ਦੁਨੀਆ ਕਹਿੰਦੀ ਹੈ, ਕਹਿੰਦੇ ਇਹ ਆਦਮੀ, ਇਹਦੀ ਸ਼ੋਭਾ, ਕਹਿੰਦੇ ਇਹਦੀ ਸ਼ੋਭਾ ਤੇ ਧਰੂ ਤਾਰੇ ਵਰਗੀ ਹੈ, ਜਿਹਨੂੰ ਦਾਗ ਨਹੀਂ ਲੱਗ ਸਕਦਾ, ਜਿਹੜੀ ਮਿਟ ਨਹੀਂ ਸਕਦੀ, ਜਿਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ। ਹਾਂਜੀ, ਬੋਲਿਓ ਮਰਦਾਨਾ ਵੱਡ ਭਾਗੀ, ਕਥਾ ਸੁਨਨ ਕੋ ਜਹ ਰੁਚ ਜਾਗੀ। ਭਾਈ ਮਰਦਾਨਾ ਕਹਿਣ ਲੱਗਾ, ਫਿਰ ਬਾਬਾ
मैं तो भगत धरू की कथा सुननी है, मैनू भगत धरू की कथा सुनाओ। हुण साडे घरां च सीरीयल टीवियां दे विच सीरीयल दे एपीसोड ते नतीजा साडे सामने है। कदे इस गल नूं आपां समझण दा यतन कीता जिहड़े आपां 50-60 साल दे नेड़े आ कि जिन्ना क धर्म कर्म साडे कोल है सानू कित्थों मिलिया है? सानू साडे माँ बाप तो मिलिया। तुहाडे चों मेरे चों किन्ने क लोग ने जिन्हां नूं धर्म गुरुद्वारे दे ग्रंथियां तो मिलिया होवे, मंदिर दे पंडितां तो मिलिया होवे, किसी मस्जिद दे किसी मुलाने तो मिलिया होवे? नहीं। जिहड़ी थोड़ी बहुती बची खुशी आस्था है, ये सानू माँ प्यो तो मिली है। माँ ने कौली दे विच मखनी पा लैनी, शाम नूं बिजली भी नहीं सी हुंदी। मेरे पिंडां वाल बिजली बहुत लेट आई है, मेरे अपनी सवाल च ही आई है। ऐसे ट्रांसफार्मर ही वेंदे रहिंदे हुंदे सी, बैठे जाके उत्थे वेंदे रहना भी ये है, इहदे विच कहंदा भी पहला बिजली आउंदी है, फिर हौली हौली इहदे चों तारां चों जांदी है। जिवें बच्चे अंदाजा ही ला सकते हैं की हो सकता है। कि आप जी नूं पता है भी दरबार साहब भी बिजली 1930 में आई है। 1930 तो पहला दरबार साहब बिजली नहीं सी हुंदी। गुरुद्वारे विच दीवा जगदा सी, उहनूं जोत कह दिओ, घ्यो पाउंदे सी ते रोज माँ ने कहना, वो कौली दे विच अग कढ़ लैनी चुल्हे च, उहदे ते वो बाटी जी रख देनी, उह च मक्खण पा देना, वो मट्ठी मट्ठी अग ते वो जिहड़ा उहदे च लस्सी हुंदी सी विच मखणी दे, वो सड़ जानी, घ्यो रह जाना। कहना जा पुत गरम गरम जाके जोत विच पाया। भी गुरुद्वारे च होर रोशनी का तरीका ही कोई नहीं सीगा। मिट्टी दे तेल की तो आप जी नूं भी पता है भी समैल किदां दी आउंदी है। शुद्धि वास्ते अज भी देसी घ्यो की जोत तो वधिया कुछ भी नहीं है। अगर तुसीं घर विच घ्यो का दीवा जगाओगे तो जिन्ना वातावरण तुहाडे घर विच शुद्ध हो सकता है। हुण इहनूं धर्म नाल जोड़ लो, वो तुहाडी अपनी मर्जी है। जिहड़ा घ्यो दे दीवे तो जिहड़ा धुआं निकलदा है, तुहाडे घर दे विचों बड़े सारे जर्म खत्म करदा है। फिर उहदी जिहड़ी सुगंधी है, उहदा एक अपने सुकून है। जे नक ठीक होवे तो कदे चेक भी करियो भी जिथे घ्यो का दीवा जगदा होएगा, उहदी अपनी एक सुगंधी होएगी, उहदी एक अपनी बहुत प्यारी स्मैल होएगी जिहड़ी तुहानूं अपील करेगी। भगत धरू जिहड़ा सी, भाई मरदाना कहण लगे बाबा उहदी कथा सुणाओ। भगत धरू दी कथा सुनन को जिहे रुच जागी, भी पता ते लगे भगत धरू ने राम नूं किवें सिमरिया, किवें याद किया, उहदी आराधना किवें हो सकती है, उन्हें किवें कीती, आपां किवें कर सकते हैं। हाँ जी। श्री गुर जी ए सर्ब पर संगा, ज्यों पायो उन खान उतंगा। उन्हें भगती किवें कीती ते एडी उच्ची पदवी उन्हूं किवें मिली। जिहड़े उच्चे मान मरतबे ने ये जिदन भी मिलणगे तुहानूं भगती तो मिलणगे। पर तुसीं हैरान होवोगे, आ जिन्ने पॉलीटिशियन ने ये सब तांत्रिक लोगों के ढाहे चढ़े हुए ने, उन्हां कोल तुरे फिरदे ने, उन्हां तो लभदे फिरदे ने भी सानूं वोटां पै जाणगीआं, असीं मंत्री बन जाएंगे, असीं MLA MP बन जाएंगे। फिर जिथे ये लोग जाते ने, मेरे वर्गे कमले उदां ही तुर पैंदे ने। साडे बजुर्गों का बड़ा सौखा जिहा पाठ है, कहते पुत्र तपो राज मिलता है, राजो नरक मिलता है। तुसीं सोच सकते हो औरंगजेब ने कितनी भगती की होएगी। औरंगजेब की कितनी भगती होएगी भी 50 साल उन्हें राज किया है। देखो असी जिदन कैलकुलेटर लैके बवांगे ना, कापी पैन लैके, फिर सानू औरंगजेब होर तरह का नजर आएगा।
50 ਸਾਲ, ਕਈ ਬੰਦਿਆਂ ਦੀ 50 ਸਾਲ ਉਮਰ ਨਹੀਂ ਹੁੰਦੀ। ਫਿਰ 50 ਸਾਲਾਂ ਦੇ ਵਿੱਚ ਕਦੇ ਉਹ ਬਿਮਾਰ ਨਹੀਂ ਹੋਇਆ, ਮਰਨ ਲੱਗਾ ਹੀ ਹੋਇਆ ਬਿਮਾਰ। ਰੱਬ ਨੇ ਉਹਨੂੰ ਬਿਮਾਰ ਹੀ ਨਹੀਂ ਕੀਤਾ, ਕਿਤੇ ਉਹਦੀ ਲੱਤ ਨਹੀਂ ਟੁੱਟੀ ਘੋੜੇ ਤੋਂ ਡਿੱਗ ਕੇ। ਪਰ ਉਹਨੇ ਕਿੰਨੇ ਮੰਦਰ ਢਾਏ, ਉਹਨੇ ਕਿੰਨੇ ਹਿੰਦੂ ਮਾਰੇ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ ਸ਼ਹੀਦ ਕੀਤਾ, ਕੁਛ ਨਹੀਂ ਹੋਇਆ ਉਹਨੂੰ। ਅਖੀਰ ਜਾ ਕੇ ਉਹ ਦੱਖਣ ਵਿੱਚ ਮਰਦਾ ਹੈ। ਫਿਰ ਜਦੋਂ ਬਿਮਾਰ ਹੁੰਦਾ ਹੈ ਤੇ ਫਿਰ ਉਹਨੂੰ ਪਛਤਾਵੇ ਵੀ ਹੁੰਦੇ ਨੇ, ਫਿਰ ਉਹਨੂੰ ਮਹਿਸੂਸ ਵੀ ਹੋਇਆ ਵੀ ਮੈਂ ਤੇ ਬਹੁਤ ਗਲਤ ਕੀਤਾ ਆਪਣੀ ਜ਼ਿੰਦਗੀ 'ਚ, ਮੈਨੂੰ ਇਹ ਕਰਮ ਨਹੀਂ ਸੀ ਕਰਨਾ ਚਾਹੀਦਾ। ਕਿ ਸਾਡੇ ਵਰਗੇ ਨਾ ਉਦਾਂ ਹੀ ਅੰਦਾਜ਼ਾ ਜਿਹਾ ਲਾ ਲੈਂਦੇ ਨੇ ਵੀ ਹੁਣ ਜੀ ਆਹ ਹੋ ਗਿਆ ਤੇ ਆਹ ਵੀ ਹੋ ਜਾਏਗਾ। ਨਹੀਂ, ਜਿਹੜੇ ਰਾਜ ਸਿੰਘਾਸਣ ਤੱਕ ਜਾਂਦੇ ਨੇ ਉਹਨਾਂ ਦੀ ਇੱਕ ਪੂਰਬਲੀ ਭਗਤੀ ਹੁੰਦੀ ਹੈ। ਹਾਂ, ਉਤਰ ਜਾਣਗੇ, ਮੁੱਕ ਜਾਣਗੇ, ਪਰ ਕਦੋਂ? ਜਦੋਂ ਪੁੰਨ ਫਲ ਮੁੱਕ ਜਾਣਗੇ। ਇਹਦਾ ਅਰਥ ਜੋ ਮੈਂ ਬੇਨਤੀ ਕਰ ਰਿਹਾ, ਇਹਦਾ ਅਰਥ ਕੀ ਹੈ? ਅਰਥ ਇਹ ਵੀ ਹੁਣ ਉਹ ਆਪਣੀ ਕਮਾਈ ਨੂੰ ਵਧਾ ਨਹੀਂ ਰਹੇ। ਜਿਵੇਂ ਇੱਕ ਅਮੀਰ ਬੰਦੇ ਕੋਲ ਪੈਸੇ ਹੁੰਦੇ ਨੇ, ਹੁਣ ਪੈਸੇ ਮੁੱਕਦਿਆਂ ਟਾਈਮ ਤੇ ਲੱਗੇਗਾ ਨਾ, ਪਰ ਉਹ ਦਿਨ ਦੂਰ ਨਹੀਂ ਜਿੱਧਰ ਪੈਸੇ ਮੁੱਕ ਜਾਣਗੇ। ਜਦੋਂ ਤੁਸੀਂ ਪੁੰਨ ਕਰਦੇ ਹੋ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੁੰਦਾ ਹੈ, ਜਦੋਂ ਤੁਸੀਂ ਪਾਪ ਕਰਦੇ ਹੋ ਤੇ ਡੈਬਿਟ ਸ਼ੁਰੂ ਹੋ ਜਾਂਦਾ ਹੈ। ਬੇੜੀ ਡੁੱਬੇਗੀ ਪਰ ਜਦੋਂ ਪਾਪਾਂ ਨਾਲ ਭਰ ਜਾਏਗੀ। ਹੁਣ ਤੁਸੀਂ ਕਹੋਗੇ ਜੀ ਗੱਲ ਤੇ ਠੀਕ ਹੈ, ਪਰ ਸਵਾਲ ਤੇ ਵੀ ਬੇੜੀ ਬੜੀ ਕਾਹਦੀ ਹੈ? ਜੇ ਕਾਗਜ਼ ਦੀ ਬੇੜੀ ਹੋਵੇ, ਜਿਵੇਂ ਆਪਾਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਤੇ ਆਪਾਂ ਰੋਜ਼ ਬੇੜੀ ਬਣਾ ਕੇ ਉਹ ਜਿੱਥੇ ਫੱਟੀ ਪੋਚੜ ਜਾਈਦਾ ਸੀ ਉਹ ਛੱਪੜ ਦੀ ਤਾਰ ਦੀ ਸੀ। ਹੁਣ ਇੱਦਾਂ ਦੀ ਹੋਵੇ ਤਾਂ ਐਵੇਂ ਹੀ ਡੁੱਬ ਜੇਗੀ। ਲੱਕੜ ਦੀ ਹੋਏਗੀ ਤਾਂ ਹੋਰ ਛੇਤੀ ਡੁੱਬ ਜੇਗੀ, ਲੋਹੇ ਦੀ ਹੋਏਗੀ ਤੇ ਥੋੜੀ ਜੀ, ਜਿਹਨੂੰ ਵੱਡਾ ਬੇੜਾ ਜਿਹਾ ਬਣਾਇਆ ਹੋਏਗਾ ਉਹਨੂੰ ਥੋੜਾ ਹੋਰ ਡੋਬਣ ਤੇ ਟਾਈਮ ਲੱਗੇਗਾ। ਉਹ ਜਿਹੜੀ ਸਮੁੰਦਰੀ ਜਹਾਜ਼ ਵਰਗੀ ਹੋਏਗੀ ਉਹਨੂੰ ਤੇ ਫਿਰ ਕੋਈ ਸਮੁੰਦਰ ਦਾ ਹੀ ਤੂਫਾਨ ਆ ਕੇ ਡੁੱਬੇਗਾ, ਡੁੱਬ ਜਾਏਗੀ, ਪਰ ਉਹਨੂੰ ਸਮਾਂ ਲੱਗੇਗਾ। ਇਹ ਗੱਲ ਰਾਜੇ ਨੂੰ ਸਮਝ ਹੋਣੀ ਚਾਹੀਦੀ ਵੀ ਜੇ ਤੂੰ ਪੂਰਬਲੇ ਕਰਮਾਂ ਦੀ ਭਗਤੀ ਦੇ ਪੁੰਨ ਫਲ ਰਾਜਾ ਬਣਿਆ ਤੇ ਕਿਉਂ ਆਪਣੇ ਪੁੰਨ ਕਰਮ ਸਾੜਦਾ, ਕਿਉਂ ਪਾਪ ਕਰਦਾ ਭਾਈ? ਰਾਜੇ ਚੁਲੀ ਨਿਆਮ ਕੀ, ਤੇਰਾ ਧਰਮ ਸੀ ਇਨਸਾਫ ਕਰਨਾ। ਭਗਤ ਧਰੂ ਨੇ ਬਚਪਨ ਵਿੱਚ ਭਗਤੀ ਕੀਤੀ, ਛੋਟੀ ਉਮਰ ਵਿੱਚ। ਲਘੂ ਬੈ ਤਪ ਜਿਨ ਕੀਨ ਵਡੇਰੋ, ਸਭ ਤੇ ਊਚੋ ਅਵਚਲ ਰਾਜੂ, ਸੰਜੁਤ ਸ਼ੋਭਾ ਰਹਿਓ ਬਿਰਾਜੂ, ਬੋਲਿਓ ਮਰਦਾਨਾ ਵੱਡ ਭਾਗੀ, ਕਥਾ ਸੁਣਨ ਕੋ ਜੇ ਰੁਚ ਜਾਗੀ। ਕਹਿਣ ਲੱਗੇ ਬਾਬਾ ਮੈਨੂੰ ਕਥਾ ਸੁਣਾਓ, ਮੈਂ ਭਗਤ ਧਰੂ ਦੀ ਕਥਾ ਸੁਣਨੀ ਚਾਹੁੰਦਾ। ਹਾਂਜੀ। ਸ਼੍ਰੀ ਗੁਰ ਜੀ ਇਹ ਸਰਬ ਪ੍ਰਸੰਗਾ, ਜਿਉ ਪਾਇਓ ਉਨ ਖਾਣ ਉਤੰਗਾ। ਉਹ ਪ੍ਰਸੰਗ ਜਿਹਦੇ ਨਾਲ ਉਸ ਨਿੱਕੇ ਜਿਹੇ ਬੱਚੇ ਨੇ ਏਡਾ ਵੱਡਾ ਪਦ ਪ੍ਰਾਪਤ ਕੀਤਾ ਹੈ ਕਿ ਜਿੱਥੇ ਤਾਰੇ ਵੀ ਥੱਲੇ ਰਹਿ ਗਏ, ਉਹਦੇ ਉੱਪਰ ਉਹਦਾ ਅਵਚਲ ਰਾਜ ਹੈ। ਹਾਂਜੀ। ਬੈ ਲੱਗੂ ਤਪ ਕੀਨੋ ਕੇ ਕਾਰਨ, ਪ੍ਰਭੂ ਰਿਜਾਏ ਵਿਪਤ ਬਿਦਾਰਨ। ਰੱਬ ਕਿਵੇਂ ਰੀਝ ਗਿਆ ਤੇ ਛੋਟੇ ਜਿਹੇ ਬੱਚੇ ਨੂੰ ਭਗਤੀ ਕਿਉਂ ਕਰਨੀ ਪਈ? ਅਗਰ ਛੋਟਾ ਜਿਹਾ ਬੱਚਾ ਲੇਬਰ ਕਰਦਾ ਹੈ ਤੇ ਉਹਦਾ ਕੋਈ ਕਾਰਨ ਤੇ ਜਾਂ ਤਾਂ ਉਹਦਾ ਪਿਓ ਮਰ ਗਿਆ ਹੋਏਗਾ, ਜਾਂ ਉਹਦੀ ਮਾਂ ਨਹੀਂ ਹੋਏਗੀ, ਪਿਓ ਨੇ ਛੱਡ ਦਿੱਤਾ ਹੋਏਗਾ, ਜਾਂ ਦੋਨੋਂ ਹੀ ਮਾਂ ਪਿਓ ਮਰ ਗਏ ਹੋਣਗੇ, ਅਨਾਥ ਹੋਏਗਾ। ਨਹੀਂ ਤੇ ਛੋਟਾ ਜਿਹਾ ਬੱਚਾ ਤਾਂ ਕੋਈ ਵੀ ਲੇਬਰ ਨਹੀਂ ਕਰਦਾ। ਜਿੱਥੇ ਤੱਕ ਮੈਨੂੰ ਅੱਜ ਦੀ ਤਰੀਕ ਵਿੱਚ ਸਮਝ ਹੈ ਵੀ ਗਰੀਬ ਤੋਂ ਗਰੀਬ ਬੱਚੇ ਦਾ ਬੱਚਾ ਵੀ ਛੇਤੀ ਲੇਬਰ ਨਹੀਂ ਕਰਦਾ। ਉਹ ਵੀ ਚਾਹੁੰਦਾ ਨਹੀਂ ਮੇਰਾ ਬੱਚਾ ਸਕੂਲ ਜਾਏ। ਜਿਹੜੀ ਤੁਹਾਡੇ ਘਰ ਵਿੱਚ ਕੰਮ ਕਰਨ ਆਉਂਦੀ ਹੈ ਨਾ, ਉਹ ਤੁਹਾਨੂੰ ਬੜਾ ਤੰਗ ਕਰਦੀ ਹੈ। ਕਦੇ ਸਵੇਰੇ, ਦੁਪਹਿਰੇ, ਸ਼ਾਮੀ, ਕਦੇ ਲੇਟ, ਕਦੇ ਕੁਝ ਕਦੇ ਕੁਝ। ਤੁਸੀਂ ਉਹਨੂੰ ਝਿੜਕਦੇ ਵੀ ਹੋ। ਫਿਰ ਉਹ ਕਹਿੰਦੀ ਹੈ ਬੀਬੀ ਜੀ ਕਿਉਂ ਝਿੜਕਦੇ ਹੋ, ਮੈਨੂੰ 4-5 ਘਰਾਂ ਵਿੱਚ ਜਾਣਾ ਪੈਂਦਾ ਹੈ। ਫਿਰ ਉਹਨੂੰ ਕਿਸੇ ਦਿਨ ਪਿਆਰ ਨਾਲ ਬਿਠਾ ਕੇ
ਉਹਨੂੰ ਕਿਤੇ ਮੂਲੀਆਂ ਵਾਲੇ ਪਰੌਂਠੇ ਖਵਾ ਕੇ ਪੁੱਛਿਓ ਵੀ ਧੀਏ ਇੱਕ ਗੱਲ ਦੱਸ ਦੇ, ਤੂੰ ਪੰਜਾਂ ਘਰਾਂ 'ਚ ਕੀ ਲੈਣ ਜਾਂਦੀ ਹੈ? ਫਿਰ ਤੁਹਾਨੂੰ ਪਤਾ ਲੱਗੇਗਾ। ਉਹ ਕਹੇਗੀ ਮੈਂ ਆਪਣੇ ਬੱਚੇ ਪੜ੍ਹਾਉਣਾ ਚਾਹੁੰਦੀ ਹਾਂ, ਮੈਂ ਨਹੀਂ ਚਾਹੁੰਦੀ ਕਿ ਜਿਹੜੀ ਲੇਬਰ ਮੈਂ ਕਰਦੀ ਮੇਰੇ ਬੱਚੇ ਕਰਨ। ਆਖਰ ਇੱਕ ਛੋਟੇ ਜਿਹੇ ਬੱਚੇ ਨੇ ਭਗਤੀ ਕੀਤੀ। ਕਿਹਦੇ ਬੱਚੇ? ਛੋਟੇ ਬੱਚੇ ਭਗਤੀ ਕਰਦੇ ਨੇ ਜੀ। ਜਾਂ ਤੇ ਬਹੁਤ ਕੋਈ ਮਾਂ-ਬਾਪ ਧਰਮੀ ਹੋਵੇ ਤੋ ਬੱਚਿਆਂ ਨੂੰ ਪਾਠ ਸਿਖਾਉਂਦੇ ਨੇ, ਕਵਿਤਾਵਾਂ ਸਿਖਾਉਂਦੇ ਨੇ, ਬੱਚੇ ਗੁਰਦੁਆਰਿਆਂ ਵਿੱਚ ਆ ਕੇ ਪੜ੍ਹਦੇ ਨੇ। ਨਹੀਂ ਤਾਂ ਅਮੂਮਨ ਸਾਰਿਆਂ ਦੇ ਬੱਚੇ ਖੇਡਦੇ ਹੀ ਨੇ, ਬੱਚਿਆਂ ਦੀ ਖੇਡਣ ਦੀ ਉਮਰ ਹੁੰਦੀ ਹੈ। ਭਗਤ ਨੇ ਭਗਤੀ ਕਿਉਂ ਕੀਤੀ? ਆਖਰ ਕੋਈ ਕਾਰਨ ਤੇ ਹੋਏਗਾ ਨਾ, ਬਿਨਾਂ ਕਾਰਨ ਤੇ ਕੁਝ ਵੀ ਨਹੀਂ ਹੁੰਦਾ। ਕੋਈ ਵੀ ਘਟਨਾ ਬਿਨਾਂ ਕਾਰਨ ਨਹੀਂ ਘਟਦੀ, ਇਹ ਜ਼ਰੂਰ ਚੇਤਾ ਰੱਖਣਾ। ਉਹਦਾ ਕੋਈ ਨਾ ਕੋਈ ਕਾਰਨ ਜਿਹੜਾ ਹੈ ਉਹ ਜ਼ਰੂਰ ਹੁੰਦਾ ਹੈ। ਭਾਈ ਮਰਦਾਨਾ ਕਹਿਣ ਲੱਗੇ, ਬਾਬਾ ਬਿਵ ਲਘੂ ਤਪ ਕੀਨੋ ਕਿਹ ਕਾਰਨ ਪ੍ਰਭੂ ਰਜਾਏ ਵਿਪਤ ਬਦਾਰਨ। ਕੀ ਵਿਪਤਾ ਸੀ ਉਹਦੇ ਜੀਵਨ ਵਿੱਚ ਕਿ ਉਹਨੇ ਪਰਮਾਤਮਾ ਨੂੰ ਪ੍ਰਸੰਨ ਕੀਤਾ ਵੀ ਤੂੰ ਮੇਰੀਆਂ ਵਿਪਤਾ ਖਤਮ ਕਰ ਦੇ। ਵੇਖੋ ਸਾਡੀ ਸ਼ਰਤ ਕੀ ਹੈ, ਅਸੀਂ ਵਿਦ ਕੰਡੀਸ਼ਨ ਪਾਠ ਕਰਨਾ ਚਾਹੁੰਦੇ ਹਾਂ ਵੀ ਤੂੰ ਮੇਰੀ ਬਿਮਾਰੀ ਠੀਕ ਕਰ ਦੇਗਾ, ਚਲ ਠੀਕ ਹੈ ਮੈਂ ਤੇਰਾ ਪਾਠ ਕਰਨ ਲੱਗ ਜਾਣਾ। ਤੂੰ ਮੇਰੀ ਗਰੀਬੀ ਕੱਟ ਦੇਗਾ, ਮੈਂ ਤੇਰਾ ਪਾਠ ਕਰਨ ਲੱਗ ਜਾਣਾ। ਇੱਦਾਂ ਵੀ ਹੋ ਸਕਦਾ, ਇਹਦੇ ਤੋਂ ਉਲਟ ਵੀ ਹੋ ਸਕਦਾ ਵੀ ਤੁਸੀਂ ਪਾਠ ਕਰੋ, ਅਗਰ ਉਹ ਰੀਝੇਗਾ ਤਰੁੱਠੇਗਾ ਤੇ ਕੀ ਕਰੇਗਾ? ਇੱਕ ਮਾਂ-ਬਾਪ ਹੈ, ਜਿੱਦਣ ਉਹ ਖੁਸ਼ ਹੋਏਗਾ ਕੀ ਕਰੇਗਾ? ਉਧਰ ਬੱਚਿਆਂ ਲਈ ਸੋਹਣੇ ਕੱਪੜੇ ਲੈ ਕੇ ਆਏਗਾ, ਮਠਿਆਈ ਲੈ ਕੇ ਆਏਗਾ, ਸੋਹਣੀਆਂ ਸੋਹਣੀਆਂ ਚੀਜ਼ਾਂ ਉਹਨੂੰ ਬਣਾ ਕੇ ਖਵਾਏਗਾ। ਆਪਾਂ ਕੀ ਸੋਚਦੇ ਵੀ ਮਾਂ-ਬਾਪ ਦੀ ਕੋਈ ਰੀਝ ਨਹੀਂ ਹੁੰਦੀ? ਸਾਨੂੰ ਇੱਥੇ ਰੱਬ ਦੇ ਉੱਤੇ ਇੱਕ ਸੰਦੇਹ ਆ ਗਿਆ। ਸਾਨੂੰ ਨਹੀਂ ਲੱਗਦਾ ਉਹ ਸਾਡਾ ਮਾਂ-ਬਾਪ ਹੈ, ਸਾਨੂੰ ਲੱਗਦਾ ਵੀ ਉਹ ਤੇ ਇੱਕ ਕਮਰਸ਼ੀਅਲ ਜਿਹਾ ਬੰਦਾ ਹੈਗਾ। ਸ਼ਾਇਦ ਪਤਾ ਨਹੀਂ ਇਸੇ ਕਰਕੇ ਅਰਦਾਸ ਤੋਂ ਪਹਿਲਾਂ ਸਾਨੂੰ ਇਹ ਸ਼ਬਦ ਪੜ੍ਹਾਇਆ ਜਾਂਦਾ ਹੈ ਕਿ ਤੂੰ ਮੰਨ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਮੈਂ ਤਾਂ ਗੱਲ ਕਈ ਵਾਰੀ ਸਾਂਝੀ ਕੀਤੀ ਹੈ ਵੀ ਇੱਕ ਬੱਚਾ ਕਿਸੇ ਮਹਾਪੁਰਖ ਦੇ ਕੋਲ ਜਾਂਦਾ ਸੀ, ਵੱਡਾ ਹੋ ਗਿਆ, ਇੱਕ ਦਿਨ ਮਠਿਆਈ ਲੈ ਕੇ ਗਿਆ, ਕਹਿੰਦਾ ਬਾਬਾ ਜੀ ਮੇਰੀ ਮੰਗਣੀ ਹੋ ਗਈ ਹੈ, ਅੰਗੇਜਮੈਂਟ ਹੋ ਗਈ ਹੈ। ਹੁਣ ਮਠਿਆਈ ਤੇ ਬਾਬੇ ਨੇ ਖਾ ਲਈ। ਕਹਿੰਦਾ ਪੁੱਤ ਹੁਣ ਸਾਡੇ ਤੋਂ ਤੂੰ ਗਿਆ। ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਕੋਈ ਨਹੀਂ ਪੁੱਤ ਸਮਝ ਆ ਜਾਏਗੀ। ਫਿਰ ਇੱਕ ਦਿਨ ਆਇਆ ਮਠਿਆਈ ਲੈ ਕੇ, ਕਹਿੰਦਾ ਬਾਬਾ ਜੀ ਮੇਰਾ ਵਿਆਹ ਹੋ ਗਿਆ। ਕਹਿੰਦਾ ਹੁਣ ਪੁੱਤ ਤੂੰ ਆਪਣੇ ਮਾਪਿਓ ਤੋਂ ਵੀ ਗਿਆ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਸਮਝ ਆ ਜਾਏਗੀ ਸਮਾਂ ਪਾ ਕੇ। ਫਿਰ ਇੱਕ ਦਿਨ ਗਿਆ, ਕਹਿੰਦਾ ਬਾਬਾ ਜੀ ਮਠਿਆਈ ਖਾਓ ਮੇਰੇ ਮੁੰਡਾ ਹੋਇਆ। ਕਹਿੰਦਾ ਲੈ ਹੁਣ ਪੁੱਤ ਤੂੰ ਆਪਣੇ ਆਪ ਤੋਂ ਵੀ ਗਿਆ। ਫਿਰ ਉਹਨੇ ਸਮਝਾਇਆ ਜਿਨ੍ਹਾਂ ਦੇ ਵਿਆਹ ਹੋਏ ਨੇ ਤੇ ਜਿਨ੍ਹਾਂ ਦੇ ਮੁੰਡੇ ਨੇ, ਇਹ ਗੱਲ ਯਕੀਨਨ ਲਿਖ ਲੈਣਾ ਤੁਸੀਂ ਆਪਣੇ ਆਪ ਤੋਂ ਵੀ ਗਏ। ਜਦੋਂ ਸ਼ਾਪਿੰਗ ਕਰੋਗੇ ਬੱਚਿਆਂ ਲਈ ਕਰੋਗੇ, ਦੁਨੀਆ 'ਚ ਕਿਤੇ ਵੀ ਟੂਰ ਲਾਓਗੇ, ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇਗੀ ਤੁਸੀਂ ਬੱਚੇ ਲਈ ਖਰੀਦੋਗੇ, ਆਪਣੇ ਲਈ ਨਹੀਂ ਖਰੀਦੋਗੇ। ਜੇ ਅਸੀਂ ਇੱਕ ਦੁਨਿਆਵੀ ਬਾਪ ਆਪਣੇ ਬੱਚਿਆਂ ਨਾਲ ਇੰਨਾ ਪਿਆਰ ਕਰਦੇ ਹੋ ਤੇ ਦੀਨ ਦੁਨੀਆ ਦਾ ਪਾਤਸ਼ਾਹ ਹੈ। ਜੇ ਅਸੀਂ ਉਹਦੇ ਬੱਚੇ ਬਣ ਜਾਈਏ ਉਹ ਸਾਡੇ ਨਾਲ ਪਿਆਰ ਨਹੀਂ ਕਰੇਗਾ। ਹਾਲਾਂਕਿ ਅਸੀਂ ਖੁਦ ਗਰਜ ਆ, ਅਸੀਂ ਆਪਣੇ ਬੱਚੇ ਨੂੰ 50 ਵਾਰੀ ਕਹਿੰਦੇ ਆ ਵੀ ਕਾਕਾ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਵੱਡੇ ਹੋ ਕੇ ਆਖੇ ਨਹੀਂ ਲੱਗਣਾ ਸੀ ਤੇ ਮੈਂ ਤੈਨੂੰ ਜੰਮਣਾ ਹੀ ਨਹੀਂ ਸੀ। ਬਿਰਖਾਜੇ ਦੇ ਯੁੱਗ 'ਚ ਤੇ 100 ਚੋਂ 60 ਪਿਓ ਇਹੋ ਹੀ ਕਹਿੰਦੇ ਨੇ ਮੁੜ ਕੇ ਵੀ ਕਾਕਾ ਮੇਰੇ ਤੋਂ ਗਲਤੀ ਹੋ ਗਈ ਤੈਨੂੰ ਜੰਮ ਕੇ। ਪਰ ਕਦੇ ਸੁਣਿਆ ਰੱਬ ਨੇ ਕਿਹਾ ਹੋਵੇ ਵੀ ਮੈਨੂੰ ਪੈਦਾ ਕਰਕੇ ਜੀਵ ਤੈਨੂੰ ਗਲਤੀ ਹੋਈ ਮੇਰੇ ਕੋਲੋਂ? ਉਹ ਐਸਾ ਬਾਪ ਹੈ। ਤੁਸੀਂ ਨਾ ਮੰਦਿਰ ਜਾਓ, ਨਾ ਗੁਰਦੁਆਰੇ ਜਾਓ, ਨਾ ਮਸਜਿਦ ਜਾਓ, ਉਹ ਕੁਛ ਨਹੀਂ ਕਹਿੰਦਾ। ਮਾਂ ਬਾਪ ਨੂੰ ਬੱਚੇ ਨਹੀਂ ਮਿਲਣ ਆਉਂਦੇ, ਕਦੇ ਪੁੱਛ ਕੇ ਵੇਖਿਓ। ਕੋਈ ਆ ਕੇ ਕਵੇ ਵੀ ਨਾ ਵੀ ਕਾਕਾ ਮਿਲਣ ਆਇਆ ਹੈ,
नहीं भैन जी मिलन तो नहीं आया, चलो जिथे रहे बाहर आ जाओ, उन्होंने खुश रखे। इहो जिहा हुंदा है माँ बाप जिहड़ा तुहाडी फिर भी सुख मंगदा है। भगत ध्रुव ने भगती की, मरदाना जी पुछदे बाबा क्यों की, की कारण बनिया कि उन्हें अपने दुख जिहड़े सी मटाउण वास्ते रब नूं खुश कर लिया, प्रसन्न कर लिया। रब नाल ना जिदा ना करया करो, सुखना सुखण की लोड़ नहीं है, उन्होंने प्रसन्न करन की लोड़ है। अगर तुसी विद कंडीशन माँ बाप नाल वरतोगे तो सीमित रह जाओगे, तो जे उन्होंने सीमा नूं छड्ड दिओगे तो जो कुछ माँ बाप कोल कीदा है, माँ बाप दे कोल जो कुछ भी है तुहाडा है। ये जरूर चेता रखना। अगर किते उन्होंने रब भी मिल गया तो उन्होंने कोई गल कहनी रब नूं भी चल चलो बुढ़े बारे सही मिलिया तो लिया दस मेरे पुत नूं की देगा, मेरी धी नूं की देगा। उन्हें रब की भी बांह फड़ लैनी भी मेरे ते छड्ड तू, मेरे बच्चों नूं दे, दस की देना है तू। इदां दे माँ बाप होंदे। वो परमात्मा नूं भगत ध्रुव ने पिता बनाया सी, क्योंकि असली पिता ने तो बांह नहीं सी फड़ी। भाई मरदाना जी पुछते ने बाबा उन्हें भगती किवें कीती है, समय की एक अपनी सीमा है। और ये कथा जिथे ये जिक्र गुरु ग्रंथ साहब चाहता है, इनू भाई गुरदास ने भी लिखिया है। ध्रुव हसदा घर आया। भगत ध्रुव 5 साल की उम्र है, बच्चों नाल खेड रहा सी। खेडदा खेडदा घर आ गया, प्यो कुछड़ लीता, बाप ने जफी पा ली ते अपने कुछड़ बिठा लिया। हुण कुछड़ जिहड़ा है ये ठेठ पंजाबी का वर्ड है, गोदी विच बिठा लिया। वो अजकल मीडिया नूं कहंदे ने गोदी मीडिया। वो जिहड़ा सरकार की झोली च बह जाए उन्होंने गोदी मीडिया कहते हैं। भगत ध्रुव नूं उहदे बाप ने, ਉਹਦੀ माँ का नां की है, बाप का नां की है, दादे का की है, ये सतगुरु कृपा करना आप कल की कथा च सुनांगे। ध्रुव हसदा घर आया, प्यो कुछड़ लीता, कर प्यार, ਉਹਦਾ मूँह चुमिया, मस्तक सुगिया, बाहों पकड़ उठा लिया, मन विच रोस मतरेई कीता। अजे ये बच्चा बाप की गोदी विच बैठा ही है, कुछड़ बैठा ही है, मतरेई मां ने बांह तो फड़ के उठाता। बाहों पकड़, बांह का मतलब बाजू तो। मन विच रोस मतरेई कीता, कला उठाया नहीं, गुस्सा भी कीता। डड्डो लिका मां पूछे, तू सुवाणी है कि सरीता। रो पिया। 5 साल का बच्चे को बहुता नहीं सी पता। डड्डो लिका हुण ये भी एक बहुत ठेठ पंजाबी का शब्द है। जो वड्डे वड्डे हौके लैके असीं रोने उन्होंने कहते डड्डो लिका। कई बार तुसीं वेख्या ना बच्चा रोंदा रोंदा ऐ करदा ऐ करके, हुण ये बॉडी लैंगुएज है। क्यों जिवें हिचकियां जियां लईदियां ने विच, लंबे लंबे साह लैके हिचकी जी लैनी, वड्डे वड्डे हौके भरदा। मां कोले गया, मां नूं पुछदा, मां तू राणी है कि नुकरानी है? राणी है कि नुकरानी है? सुवाणी हाँ मैं जन्म दी, नाम ना भगती कर्म दृढ़ीता। अगों मां कहन लगी, वेख पुत्र, जे सुवाणी की गल करे तो जन्म तो आ, तो जे राणी की गल करे तो शायद मैं भगती नहीं की। इस करके राजे दे घर विच जम्मी, राजे की धी सी, राजे नाल विआही ते राणी सी। मतलब राजे की बेटी होके, राजे की पत्नी होके भी राज भाग वाली ना इज्जत सी ना सुख सी। अगर अज की तरीक च तुसी चीज़ वेखनी होवे ना तो तुहानूं मिल जाएगी।
ਬੰਦੇ ਨੂੰ ਪੁੱਛੋ ਕੌਣ ਹੈ ਤੂੰ, ਕਹੂਗਾ ਜੀ ਮੰਤਰੀ। ਪੁੱਛੋ ਕੋਈ ਅਧਿਕਾਰ ਖੇਤਰ, ਕਹੇਗਾ ਜੀ ਕੋਈ ਨਹੀਂ, ਸਭ ਖਤਮ। ਉਹ ਸਿਰਫ ਉਹਨੂੰ ਕਾਰ ਹੀ ਮਿਲੀ ਹੋਈ ਵੀ ਚੱਲ ਤੂੰ ਆਪਣਾ ਬਾਡੀਗਾਰਡ ਲੈ ਕੇ ਘੁੰਮਦਾ ਫਿਰ। ਕੰਮਕਾਰ ਜਿਹੜਾ ਸਭ ਮਾਲਕਾਂ ਨੇ ਖੋਹ ਲਿਆ ਉਹਨਾਂ ਤੋਂ। ਐਸੇ ਮੰਤਰੀ ਵੀ ਹੈਗੇ ਨੇ। ਹੁਣ ਇਦਾਂ ਦੀਆਂ ਵੀ ਰਾਣੀਆਂ ਹੈਗੀਆਂ ਸੀ, ਰਹਿੰਦੀਆਂ ਮਹਿਲਾਂ 'ਚ ਸੀ, ਨਾ ਰਾਜਾ ਪੁੱਛਦਾ ਸੀ ਨਾ ਕੋਈ ਹੋਰ ਪੁੱਛਦਾ ਸੀ। ਕਹਿਣ ਲੱਗੀ ਪੁੱਤਰ ਮੈਂ ਭਗਤੀ ਨਹੀਂ ਕੀਤੀ। ਫਿਰ ਬੱਚੇ ਨੇ ਪੁੱਛਿਆ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਫਿਰ ਮੈਨੂੰ ਇੱਕ ਦੱਸ ਦੇ, ਰਾਜ ਕਿਵੇਂ ਮਿਲਦਾ ਤੇ ਦੁਸ਼ਮਣ ਮਿੱਤਰ ਕਿਵੇਂ ਬਣਦੇ ਨੇ। ਪਰਮੇਸ਼ਰ ਆਰਾਧੀਐ ਜਿਦੂ ਹੋਈਐ ਪਤਤ ਪੁਨੀਤਾ। ਮਾਂ ਕਹਿਣ ਲੱਗੀ ਫਿਰ ਰੱਬ ਦੀ ਭਗਤੀ ਕਰ। ਇਹ ਕੰਮ ਸਿਰਫ ਰੱਬ ਦੀ ਭਗਤੀ ਨਾਲ ਹੋ ਸਕਦਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। 5 ਸਾਲ ਦਾ ਬੱਚਾ ਘਰੋਂ ਤੁਰ ਪਿਆ, ਕਹਿਣ ਲੱਗਾ ਠੀਕ ਹੈ ਭਗਤੀ ਕਰਕੇ ਮੁੜਾਂਗਾ। ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।